ਹੈਲੋ ਸਟੂਡੈਂਟਸ, ਸਵਾਗਤ ਹੈ ਤੁਹਾਡਾ ਸਾਈ-ਫਾਈ ਸਟੱਡੀ ਦੇ ਉੱਪਰ। ਆਪਾਂ ਇਸ ਚੈਨਲ ਉੱਪਰ ਈਟੀਟੀ ਕੇਡਰ ਪੇਪਰ ਸਾਇੰਸ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਹਾਂਜੀ, ਆਪਾਂ ਨੇ ਟੌਪਿਕ ਸਟਾਰਟ ਕੀਤਾ ਹੋਇਆ ਸੀ ਜੈਵਿਕ ਪ੍ਰਕਿਰਿਆਵਾਂ, ਜਿਸ ਦੀ ਕਿ ਅੱਜ 3rd ਵੀਡੀਓ ਲੈ ਕੇ ਆਪਾਂ ਆਏ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਪਹਿਲੀਆਂ 2 ਵੀਡੀਓਜ਼ ਦੇਖ ਲਈਆਂ ਹੋਣੀਆਂ। ਅਗਰ ਕਿਸੇ ਨੇ ਵੀ ਪਹਿਲੀਆਂ 2 ਵੀਡੀਓਜ਼ ਨਹੀਂ ਦੇਖੀਆਂ, ਉਹ ਚੈਨਲ ਉੱਪਰ ਜਾ ਕੇ ਪਹਿਲਾਂ 2 ਵੀਡੀਓਜ਼ ਨੂੰ ਦੇਖ ਸਕਦੇ ਹੋਗੇ, ਦੈਨ ਤੁਸੀਂ 3rd ਵੀਡੀਓ ਦੇਖ ਸਕਦੇ ਹੋ। ਅਗਰ ਵੀਡੀਓਜ਼ ਪਸੰਦ ਆ ਰਹੀਆਂ ਨੇ, ਵੀਡੀਓਜ਼ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ। ਹਾਂਜੀ, ਸਟਾਰਟ ਕਰਦੇ ਹਾਂ। ਅੱਜ ਦਾ ਆਪਣਾ ਟੌਪਿਕ ਹੈਗਾ ਸਾਹ ਕਿਰਿਆ। ਠੀਕ ਹੈ, ਸਾਹ ਕਿਰਿਆ ਕਿ ਆਪਾਂ ਸਾਹ ਲੈ ਕੇ ਜਾਂਦੇ ਅੰਦਰ, ਸਾਹ ਬਾਹਰ ਕੱਢਦੇ ਹਾਂ। ਠੀਕ ਹੈ, ਇਹੀ ਸਾਹ ਕਿਰਿਆ ਬਾਰੇ ਆਪਾਂ ਡਿਟੇਲ ਦੇ ਵਿੱਚ ਅੱਜ ਪੜ੍ਹਨਾ ਗਾ। ਦੇਖੋ, ਕਹਿੰਦੇ ਜਿਹੜੇ ਖਾਣ ਵਾਲੇ ਪਦਾਰਥਾਂ ਨੂੰ ਅੰਦਰ ਲੈ ਕੇ ਜਾਇਆ ਜਾਂਦਾ ਹੈ, ਸੈੱਲ ਉਹਨਾਂ ਦਾ ਉਪਯੋਗ ਵੱਖ-ਵੱਖ ਜੈਵਿਕ ਪ੍ਰਕਿਰਿਆਵਾਂ ਲਈ ਊਰਜਾ ਉਤਪੰਨ ਕਰਨ ਲਈ ਕਰਦੇ ਹਨ। ਵੱਖ-ਵੱਖ ਜੀਵ ਭਿੰਨ-ਭਿੰਨ ਵਿਧੀਆਂ ਦੁਆਰਾ ਇਹਦਾ ਵਰਤੋਂ ਕਰਦੇ ਹਨ। ਠੀਕ ਹੈ, ਕੀ ਹੁੰਦਾ ਕਿ ਜਿਹੜਾ ਵੀ ਭੋਜਨ ਆਪਾਂ ਖਾਂਦੇ ਆਂਗੇ, ਜਿਹੜੇ ਆਪਣੇ ਸਰੀਰ ਦੇ ਸੈੱਲ ਨੇਗੇ, ਉਹ ਉਹਨਾਂ ਦਾ ਜਿਹੜਾ ਵਰਤੋਂ ਹੈਗਾ ਅਲੱਗ-ਅਲੱਗ ਤਰੀਕਿਆਂ ਦੇ ਨਾਲ ਕਰਦੇ ਨੇ। ਠੀਕ ਹੈ, ਜਿਹੜਾ ਭੋਜਨ ਆਪਾਂ ਖਾਂਦੇ ਹਾਂ, ਭੋਜਨ ਆਪਾਂ ਨੂੰ ਕੀ ਦਿੰਦਾ? ਊਰਜਾ ਦਿੰਦਾ। ਠੀਕ ਹੈ, ਅਤੇ ਉਹੀ ਊਰਜਾ ਦਾ ਯੂਜ਼ ਆ ਜਿਹੜਾ ਸੈੱਲ ਨੇ ਆਪਣੇ ਤਰੀਕਿਆਂ ਨਾਲ ਕਰਦੇ ਨੇਗੇ। ਠੀਕ ਹੈ, ਪਹਿਲਾਂ ਆਪਾਂ ਦੇਖਦੇ ਹਾਂ ਕਿ ਆਪਣਾ ਪਤਾ ਕਿਵੇਂ ਚੱਲੂਗਾ ਕਿ ਕਿਹੜੀ ਗੈਸ ਆਪਾਂ ਸਾਹ ਕਿਰਿਆ ਰਾਹੀਂ ਬਾਹਰ ਕੱਢਦੇ ਹਾਂ। ਠੀਕ ਹੈ, ਅਤੇ ਉਹ ਗੈਸ ਕਿਸ ਤਰ੍ਹਾਂ ਦੀ ਹੁੰਦੀ ਹੈ। ਆਪਾਂ ਇੱਕ ਛੋਟਾ ਜਿਹਾ ਐਕਸਪੈਰੀਮੈਂਟ ਕੀਤਾ। ਕੀ ਕੀਤਾ? 2 ਟੈਸਟ ਟਿਊਬ ਲਈਆਂ। ਇੱਕ ਟੈਸਟ ਟਿਊਬ ਦੇ ਵਿੱਚ ਆਪਾਂ ਨੇ ਚੂਨੇ ਦਾ ਪਾਣੀ ਪਾਇਆ, ਇਸ ਦੇ ਵਿੱਚ ਵੀ ਆਪਾਂ ਨੇ ਚੂਨੇ ਦਾ ਪਾਣੀ ਪਾਇਆ। ਫਸਟ ਟੈਸਟ ਟਿਊਬ ਦੇ ਵਿੱਚ ਆਪਾਂ ਨੇ ਕੀ ਕੀਤਾ? ਆਪਣੀ ਸਾਹ ਰਾਹੀਂ ਜਿਹੜੀ ਗੈਸ ਬਾਹਰ ਨਿਕਲਦੀ ਹੈ, ਯਾਨੀ ਕਿ ਕਾਰਬਨ ਡਾਈਆਕਸਾਈਡ, ਉਹਨੂੰ ਕੀ ਹੈ ਚੂਨੇ ਦੇ ਪਾਣੀ 'ਤੇ ਪਾਇਆ। ਠੀਕ ਹੈ, ਤਾਂ ਇੱਥੋਂ ਕੀ ਰਿਜ਼ਲਟ ਨਿਕਲਿਆ ਕਿ ਜਦੋਂ ਆਪਾਂ ਨੇ ਸਾਹ ਵਾਲੀ ਗੈਸ ਚੂਨੇ ਦੇ ਪਾਣੀ ਦੇ ਵਿੱਚੋਂ ਦੀ ਲੰਘਾਈ ਤਾਂ ਉਹਦਾ ਕਲਰ ਕੀ ਹੋ ਗਿਆ? ਦੂਧੀਆ ਹੋ ਗਿਆ। ਠੀਕ ਹੈ, ਜਿਹੜੀ ਕਾਰਬਨ ਡਾਈਆਕਸਾਈਡ ਹੈ, ਇਹ ਕੀ ਕਰ ਦਿੰਦੀ ਹੈ? ਚੂਨੇ ਦੇ ਪਾਣੀ ਦੇ ਕਲਰ ਨੂੰ ਦੂਧੀਆ ਕਰ ਦਿੰਦੀ ਹੈ। ਠੀਕ ਹੈ, ਕਿ ਜਿਵੇਂ ਕੱਚੀ ਲੱਸੀ ਹੁੰਦੀ ਹੈ ਉਸ ਤਰ੍ਹਾਂ ਦਾ ਕਲਰ ਹੈ ਜਿਹੜਾ ਹੋ ਜਾਂਦਾ ਗਾ। ਅਗਰ ਆਪਾਂ ਵੈਸੇ ਕੋਈ ਹਵਾ ਜਿਹੜੀ ਜਿਵੇਂ ਪਿਚਕਾਰੀ ਦੇ ਵਿੱਚ ਹਵਾ ਭਰ ਕੇ ਉਹਨੂੰ ਲੰਘਾਵਾਂਗੇ ਤਾਂ ਉਹਦਾ ਕਲਰ ਕੀ ਹੋ ਗਿਆ? ਯੈਲੋ ਕਲਰ ਦਾ ਹੋ ਗਿਆ। ਠੀਕ ਹੈ, ਇੱਥੋਂ ਆਪਾਂ ਡਿਫਰੈਂਸ਼ੀਏਟ ਕਰ ਸਕਦੇ ਹਾਂ ਕਿ ਕਾਰਬਨ ਡਾਈਆਕਸਾਈਡ ਪ੍ਰੈਜ਼ੈਂਟ ਹੈਗੀ ਹੈ ਜਾਂ ਨਹੀਂ ਹੈਗੀ। ਠੀਕ ਹੈ ਜੀ, ਹੁਣ ਆਪਾਂ ਇਹ ਦੇਖਦੇ ਹਾਂ ਕਿ ਸਾਹ ਕਿਰਿਆ ਦੇ ਰਾਹੀਂ ਆਪਾਂ ਜਿਹੜਾ ਭੋਜਨ ਖਾਂਦੇ ਹਾਂ ਉਹ ਟੁੱਟਦਾ ਗਾ। ਠੀਕ ਹੈ, ਅਤੇ ਉਹ ਤੋਂ ਆਪਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀ ਊਰਜਾ ਜਿਹੜੀ ਮਿਲਦੀ ਹੈ, ਉਹ ਅਲੱਗ-ਅਲੱਗ ਜੀਵਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਹੈ। ਉਹੀ ਆਪਾਂ ਦੇਖਣਾ ਕਿ ਕਿਸ ਤਰ੍ਹਾਂ ਹੁੰਦੀ ਹੈ। ਦੇਖੋ, ਕੁਝ ਜੀਵ ਆਕਸੀਜਨ ਦਾ ਉਪਯੋਗ ਗਲੂਕੋਜ਼ ਨੂੰ ਪੂਰਨ ਤੌਰ 'ਤੇ ਕਾਰਬਨ ਡਾਈਆਕਸਾਈਡ ਅਤੇ ਪਾਣੀ ਵਿੱਚ ਵਿਘਟਿਤ ਕਰਨ ਲਈ ਕਰਦੇ ਹਨ, ਜਦੋਂ ਕਿ ਦੂਜੇ ਹੋਰ ਜਿਹੜੇ ਜੀਵ ਨੇਗੇ ਦੂਜੇ ਰਾਹਾਂ ਦੀ ਵਰਤੋਂ ਕਰਦੇ ਹਨ। ਆਪਾਂ ਪੂਰੀ ਸਾਹ ਕਿਰਿਆ ਦੇਖਾਂਗੇ ਕਿ ਅਗਰ ਆਪਣੇ ਕੋਲ ਆਕਸੀਜਨ ਹੈਗੀ ਹੈ ਦੈਨ ਕਿਸ ਤਰ੍ਹਾਂ ਜਿਹੜੀ ਐਨਰਜੀ ਮਿਲੂਗੀ, ਜੇ ਆਕਸੀਜਨ ਨਹੀਂ ਹੈਗੀ ਤਾਂ ਕਿਸ ਤਰ੍ਹਾਂ ਨਾਲ ਜਿਹੜੇ ਸਾਰੇ ਅਣੂ ਨੇ ਟੁੱਟਣਗੇ। ਠੀਕ ਹੈ, ਕਿ ਕੁਛ ਤਾਂ ਇਹੋ ਜਿਹੇ ਵੀ ਜੀਵ ਨੇਗੇ ਜਿਹੜੇ ਆਕਸੀਜਨ ਦੀ ਵਰਤੋਂ ਕਰਦੇ ਹੈ ਅਤੇ ਗਲੂਕੋਜ਼ ਨੂੰ ਤੋੜ ਦਿੰਦੇ ਆ। ਠੀਕ ਹੈ, ਗਲੂਕੋਜ਼ ਦਾ ਕੀ ਫਾਰਮੂਲਾ ਹੁੰਦਾ ਹੈ? C6H12O6। ਅਗਰ ਆਪਾਂ ਇਹਦੇ ਵਿੱਚ ਆਕਸੀਜਨ ਪਾਉਂਦੇ ਹਾਂ ਤਾਂ ਜਿਹੜੇ ਜੀਵ ਪੂਰਨ ਤੌਰ 'ਤੇ ਤੋੜ ਦਿੰਦੇ ਆ, ਉਹ ਕੀ ਬਣਾਉਂਦੇ ਨੇ? ਕਾਰਬਨ ਡਾਈਆਕਸਾਈਡ ਪਲੱਸ ਵਾਟਰ। ਠੀਕ ਹੈ, ਕਾਰਬਨ ਡਾਈਆਕਸਾਈਡ ਅਤੇ ਵਾਟਰ ਦੇ ਵਿੱਚ ਤੋੜ ਦਿੰਦੇ ਨੇ। ਕੁਛ ਹੋਰ ਜੀਵ ਨੇ ਜਿਹੜੇ ਆਕਸੀਜਨ ਦੀ ਵਰਤੋਂ ਕਰਦੇ ਨਹੀਂ ਹੈਗੇ, ਫਿਰ ਉਹ ਕੀ ਕਰਦੇ ਨੇ? ਦੇਖੋ, ਆਪਾਂ ਪੂਰੀ ਡਿਟੇਲ 'ਚ ਦੇਖਣਾ ਕਿ ਕੀ ਕਰਦੇ ਆ। ਸਭ ਤੋਂ ਪਹਿਲਾਂ ਆਪਣੇ ਕੋਲ ਕੀ ਹੈ? ਗਲੂਕੋਜ਼ ਹੈ। ਇਹ ਕੀ ਹੈ? 6 ਕਾਰਬਨਾਂ ਵਾਲਾ ਇੱਕ ਅਣੂ ਹੈ। 6 ਕਾਰਬਨਾਂ ਵਾਲਾ ਮਤਲਬ C6H12O6। ਠੀਕ ਹੈ, ਗਲੂਕੋਜ਼ ਹੋ ਗਿਆ 6 ਕਾਰਬਨਾਂ ਵਾਲਾ। ਇਹ ਕੀ ਹੈ? ਟੁੱਟ ਜਾਂਦਾ ਗਾ ਕਿਹਦੇ ਵਿੱਚ? ਪਾਇਰੂਵੇਟ ਦੇ ਵਿੱਚ, ਇਥੇਨੋਲ ਦੇ ਵਿੱਚ ਅਤੇ ਕਾਰਬਨ ਡਾਈਆਕਸਾਈਡ ਦੇ ਵਿੱਚ। ਕਦੋਂ ਟੁੱਟਦਾ? ਜਦੋਂ ਆਕਸੀਜਨ ਹੈ ਜਿਹੜੀ ਪ੍ਰੈਜ਼ੈਂਟ ਨਹੀਂ ਹੁੰਦੀ। ਠੀਕ ਹੈ, ਅਨਆਕਸੀ ਸਾਹ ਕਿਰਿਆ ਕਹਿੰਦੇ ਆਪਾਂ, ਜਦੋਂ ਆਕਸੀਜਨ ਦੀ ਹੋਂਦ ਹੈ ਜਿਹੜੀ ਨਹੀਂ ਹੁੰਦੀ, ਉਦੋਂ ਕੀ ਹੈ? ਗਲੂਕੋਜ਼ ਹੈ ਜਿਹੜਾ ਇਹ ਪਿਊਰੀਵੇਟ ਦਾ ਕੀ ਫਾਰਮੂਲਾ ਹੈ? C3H4O3। ਇਹਦੇ ਵਿੱਚ ਪਲੱਸ ਇਥੇਨੋਲ ਦਾ ਕੀ ਫਾਰਮੂਲਾ ਹੈ? C2H5OH। ਠੀਕ ਹੈ, OH ਅਤੇ ਨਾਲ ਕੀ ਹੈ? ਕਾਰਬਨ ਡਾਈਆਕਸਾਈਡ ਯਾਨੀ ਕਿ CO2। ਇਹਨਾਂ ਦੇ ਵਿੱਚ ਟੁੱਟ ਜਾਂਦਾ ਹੈ। ਇਹ ਕਿਰਿਆ ਹੁੰਦੀ ਕਿੱਥੇ ਹੈ? ਖਮੀਰ ਦੇ ਵਿੱਚ ਹੁੰਦੀ ਹੈ, ਯੀਸਟ ਦੇ ਵਿੱਚ। ਠੀਕ ਹੈ,
क्योंकि इस क्रिया ਦੇ ਵਿੱਚ ਆਕਸੀਜਨ ਦੀ ਵਰਤੋਂ नहीं की ਜਾਂਦੀ, ਇਸ ਕਰਕੇ ਇਹਨੂੰ ਆਪਾਂ ਬੋਲਦੇ ਹਾਂ ਅਨਾਕਸੀ ਸਾਹ ਕਿਰਿਆ, ਕਿਉਂਕਿ ਇਹਦੇ ਵਿੱਚ ਆਕਸੀਜਨ ਦੀ ਵਰਤੋਂ नहीं की ਜਾਂਦੀ। ठीक है, ਆਕਸੀ ਸਾਹ ਕਿਰਿਆ ਵਿੱਚ ਊਰਜਾ ਦੀ ਉਤਪਤੀ ਅਨਾਕਸੀ ਸਾਹ ਕਿਰਿਆ ਦੇ ਟਾਕਰੇ ਵਿੱਚ ਵੱਧ ਹੁੰਦੀ ਹੈ। ਜਦੋਂ ਆਕਸੀ ਕਿਰਿਆ ਹੁੰਦੀ ਹੈ ਉਦੋਂ ਜਿਹੜੀ ਸਾਹ ਕਿਰਿਆ ਵੱਧ ਹੁੰਦੀ ਹੈ। ठीक है, ਊਰਜਾ ਜਿਹੜੀ ਵੱਧ ਉਤਪਤ ਹੁੰਦੀ ਹੈ। देखो किस तरह नाल, अगर आप ये चार्ट देख लैंदे आ तो आपां नूं अगली सारी डिटेल पता चल जाती है। इसे नूं आपां डिटेल च देखना है कि अपने कोले की सीगा 6 कार्बन अणुआं वाला की सी ग्लूकोज सीगा C6H12O6। ठीक है, उन्होंने अपने 3 तरीकों के नाल तोड़िया। पहला हैगा जो ऑक्सीजन की होद नहीं हैगी। ठीक है, किहदे विच हुंदा ईस्ट जां खमीर दे विच की बनदा अपने कोल इथेनॉल कार्बन डाइऑक्साइड नाल होर की बनिया सी प्यूरवेट। ठीक है, प्यूरवेट बनिया सी। नैक्सट है कि जो ऑक्सीजन की कमी होगी, ठीक है, ऑक्सीजन की कमी हो की बनूगा लैक्टिक तेजाब, ऊर्जा बनूगी तो कार्बन डाइऑक्साइड। जो ऑक्सीजन होगी फिर की बनूगा कार्बन डाइऑक्साइड पानी, ये कित्थे होगा माइटोकॉन्ड्रिया दे विच। तो तुसीं याद रखना है कि बनूगा कि किस करके बनूगा तो किहदे विच ही क्रिया होगी। ठीक है, देखो कदे कदे जदों साडी पेशी शैलों विच ऑक्सीजन की घाट हो जाती है तो प्यूरीवेट के विखंडन लई एक होर राह अपनाया जाता है, जिस विच प्यूरीवेट की हो जाता है 3 कार्बना वाले लैक्टिक तेजाब विच परिवर्तित हो जाता है। लैक्टिक तेजाब का की फॉर्मूला है C3H6O3। ठीक है, लैक्टिक तेजाब का फॉर्मूला है, ये की परिवर्तित हो जाता है। ये अपन किमें पता चलूगा कि लैक्टिक तेजाब कई बार की करते हैं जिमें आप कोई ज़्यादा ऊर्जा वाला काम करते हैं, भजते हैं, जंप करते हैं। ठीक है, अपने उस टाइम की हो जाता जिस तरह कि आप कोई रेस लगाई है तो उस टाइम ऑक्सीजन की अपनी बॉडी के कमी हो जाती है। जो ऑक्सीजन की कमी हो जाती है, ठीक है, तो अपने गोड्यां दे विच अपने लैग्स दे विच की बन जाता है लैक्टिक तेजाब बन जाता है, जिस दे करके की है गोडे वगैरह दे विच जां हत्थां बाहां दे विच अकड़ा आ जाता है, जानी कि आपां नूं दर्द महसूस होंदा है। ठीक है, जिहड़ा वो दर्द महसूस होंदा जानी कि क्रम्स हल्का हल्का पेन होंदा है, वो काहदे करके होंदा लैक्टिक तेजाब दे करके होंदा है। ठीक है, यही अपने ऑक्सीजन की कमी करके अपनी बॉडी दे विच बन जाता है। सैलों की साह क्रिया विच उत्पन्न हुई ऊर्जा तुरंत ATP ਨਾਂ ਦੇ अणु ਦੇ संश्लेषण ਵਿੱਚ ਵਰਤੀ ਜਾਂਦੀ है, जो शैलों ਦੀਆਂ ਹੋਰ ਸਾਰੀਆਂ क्रियावां ਵਿੱਚ ਬਾਲਣ ਦੀ ਤਰ੍ਹਾਂ ਕੰਮ ਕਰਦੀ है। अगर ਆਪਾਂ ਨੂੰ ਪੁੱਛਿਆ ਜਾਵੇ कि ਮਨੁੱਖੀ ਸਰੀਰ ਦੇ ਵਿੱਚ ਊਰਜਾ ਦਾ ਸੋਮਾ ਕਿਹੜਾ ਗਾ ਤਾਂ ਕੀ ਹੈ ATP। ठीक है, अपने शरीर ਦੇ ਵਿੱਚ ਜਿਹੜੀ ਊਰਜਾ ਜਮ੍ਹਾਂ ਹੁੰਦੀ ਆ ਉਹ ATP ਦੀ ਫਾਰਮ ਦੇ ਵਿੱਚ ਹੁੰਦੀ ਹੈ। ATP ਦਾ ਫੁੱਲ ਫਾਰਮ ਕੀ ਹੈ एडिनोसिन ट्राई फॉस्फेट। एडिनोसिन ट्राई फॉस्फेट। ठीक है, इसकी फॉर्म के जी ऊर्जा अपने शरीर के जमा हो जाती है तो उस ऊर्जा को आप अलग अलग काम करने वास्ते वरतों लैके आने। ठीक है, इस करके आप ये भी कह सकते हैं कि जी ATP है वह एक बालन की तरह काम करती है, क्योंकि आप सारे काम ATP के नाल ही करते हैं। ठीक है, ATP के विखंडन नाल एक निश्चित मात्रा विच ऊर्जा पैदा होती है, जो सैलों के जिहड़े क्रियावां होंदियां ने, ठीक है, उन्होंने सारियां क्रियावां नूं करन दे विच मदद करती है। तो सैलों के विच क्रियावां होंदियां किहड़ियां ने ताप सौखी क्रियावां। ताप सौखी क्रियावां किहड़ियां होंदियां ने जिन्हां दे विच ताप है जिहड़ा सौखिया जांदा है, उन्हां नूं आपां कहने आ ताप सौखी क्रियावां, यानी कि एंडोथर्मिक रिएक्शनस। हुण आपां गल करदे हां पौदिਆਂ ਦੀ। देखो पौधे बारे आप जो कुछ हुण पढ़ रहे हैं ये ऑलरेडी आप एक वीडियो के पढ़ चुके हैं कि पौधे ने जिहड़े उन्हां दे विच गैसां ने जिहड़ियां उन्हां दा इंटरचेंज किवें हुंदा स्टोमेटा दे नाल हुंदा है। ठीक है, स्टोमेटा दे करके हुंदा गा जिहड़ी गैस बाहर निकलदी है ते अंदर जांदी है पौधे दे विच स्टोमेटा दे करके हुंदी है। सैलों दे विचकार खाली थावां ये यकीनी बनाउंदियां हन कि सारे सैल हवा के संपर्क विच हन। इत्थे कार्बन डाइऑक्साइड ते ऑक्सीजन का आदान प्रदान प्रसारण द्वारा हुंदा है। पौधे के पत्तियां दे विच की हुंदे ने स्टोमेटा हुंदे आ। ठीक है, उत्थे की हुंदा है पौधों नूं किहड़ी गैस की जरूरत हुंदी है कार्बन डाइऑक्साइड की। तो स्टोमेटा ने जिहड़े वो कार्बन डाइऑक्साइड नूं अंदर लै जांदे है ते जिहड़ी भोजन दे नाल ऑक्सीजन बनदी है उहनूं की है
ਬਾਹਰ ਕੱਢ ਦਿੰਦੇ ਆ। ਠੀਕ ਹੈ, ਜਿਹੜੀ ਇਹ ਵਿਧੀ ਹੈ ਉਸ ਨੂੰ ਆਪਾਂ ਕਹਿੰਦੇ ਆ ਪ੍ਰਸਰਨ ਵਿਧੀ, ਜਿਹਦੇ ਨਾਲ ਕਿ ਇਹ ਦੋਨੇ ਗੈਸਾਂ ਚੇਂਜ ਹੋ ਜਾਂਦੀਆਂ ਨੇ। ਦੇਖੋ, ਪ੍ਰਸਰਨ ਦੀ ਦਿਸ਼ਾ ਵਾਤਾਵਰਣ ਦੀ ਸਥਿਤੀ ਅਤੇ ਪੌਦੇ ਦੀਆਂ ਜ਼ਰੂਰਤਾਂ ਉੱਤੇ ਨਿਰਭਰ ਕਰਦੀ ਹੈ। ਰਾਤ ਨੂੰ ਜਦੋਂ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਨਹੀਂ ਹੋ ਰਹੀ ਹੁੰਦੀ ਤਾਂ ਕਾਰਬਨ ਡਾਈਆਕਸਾਈਡ ਦੇ ਨਿਕਲਣ ਦੀ ਪ੍ਰਕਿਰਿਆ ਹੀ ਮੁੱਖ ਆਦਾਨ ਪ੍ਰਦਾਨ ਕਿਰਿਆ ਹੈ। ਦਿਨ ਵੇਲੇ ਸਾਹ ਦੌਰਾਨ ਉਤਪੰਨ ਹੋਈ ਕਾਰਬਨ ਡਾਈਆਕਸਾਈਡ ਪ੍ਰਕਾਸ਼ ਸੰਸਲੇਸ਼ਨ ਵਿੱਚ ਵਰਤੀ ਜਾਂਦੀ ਹੈ। ਦੇਖੋ, ਜਦੋਂ ਰਾਤ ਦੇ ਸਮੇਂ ਪੌਦੇ ਆਪਣਾ ਭੋਜਨ ਨਹੀਂ ਬਣਾ ਰਹੇ ਹੁੰਦੇ, ਉਸ ਟਾਈਮ ਉਹ ਕੀ ਕਰਦੇ ਆ, ਕਾਰਬਨ ਡਾਈਆਕਸਾਈਡ ਨੂੰ ਰਿਲੀਜ਼ ਕਰ ਦਿੰਦੇ ਆ, ਕਿਉਂਕਿ ਕਾਰਬਨ ਡਾਈਆਕਸਾਈਡ ਉਹਨਾਂ ਨੇ ਲਈ ਕਿਉਂ ਸੀ, ਭੋਜਨ ਬਣਾਉਣ ਵਾਸਤੇ। ਪਰ ਰਾਤ ਨੂੰ ਤਾਂ ਉਹ ਭੋਜਨ ਨਹੀਂ ਬਣਾ ਰਹੇ, ਇਸ ਕਰਕੇ ਜਿਹੜੀ ਫਾਲਤੂ ਕਾਰਬਨ ਡਾਈਆਕਸਾਈਡ ਉਹ ਲੈ ਲੈਂਦੇ ਆ, ਉਹਨੂੰ ਰਾਤ ਦੇ ਸਮੇਂ ਬਾਹਰ ਛੱਡ ਦਿੰਦੇ ਆ। ਇਸ ਕਰਕੇ ਕਿਹਾ ਜਾਂਦਾ ਨਾ ਕਿ ਰਾਤ ਨੂੰ ਆਪਾਂ ਨੂੰ ਕਦੇ ਵੀ ਕਿਸੇ ਪਲਾਂਟ ਦੇ ਨੀਚੇ ਨਹੀਂ ਪੈਣਾ ਚਾਹੀਦਾ, ਕਿਸੇ ਵੀ ਪੌਦੇ ਦੇ ਨੀਚੇ ਨਹੀਂ ਪੈਣਾ ਚਾਹੀਦਾ। ਕਿਉਂ? ਕਿਉਂਕਿ ਰਾਤ ਦੇ ਸਮੇਂ ਪੌਦੇ ਨੇ ਜਿਹੜੇ ਉਹ ਕਾਰਬਨ ਡਾਈਆਕਸਾਈਡ ਗੈਸ ਛੱਡਦੇ ਆ। ਠੀਕ ਹੈ ਜੀ। ਤੇ ਕਾਰਬਨ ਡਾਈਆਕਸਾਈਡ ਲੈਂਦੇ ਕਿੱਥੋਂ ਆ, ਜਿਹੜੀ ਆਪਾਂ ਸਾਹ ਕਿਰਿਆ ਰਾਹੀਂ ਛੱਡਦੇ ਆ। ਦੇਖੋ, ਇਹ ਕੀ ਸਟੋਮੇਟ ਹੈ, ਇਹ ਓਪਨ ਸਟੋਮੇਟ ਹੈ, ਖੁੱਲ੍ਹਾ, ਇਹ ਕਲੋਜ਼ਡ ਹੈ। ਇਹ ਪੌਦੇ ਦੇ ਪੱਤੇ ਦੇ ਵਿੱਚ ਹੁੰਦਾ ਹੈ। ਜਦੋਂ ਇਹਨਾਂ ਨੂੰ ਗੈਸ ਦੀ ਜ਼ਰੂਰਤ ਹੁੰਦੀ ਹੈ, ਕਾਰਬਨ ਡਾਈਆਕਸਾਈਡ ਦੀ ਜ਼ਰੂਰਤ ਹੁੰਦੀ ਹੈ, ਜਾਂ ਫਿਰ ਆਕਸੀਜਨ ਬਾਹਰ ਕੱਢਣੀ ਹੁੰਦੀ ਆ, ਤਾਂ ਜਿਹੜੇ ਇਹ ਗਾਰਡ ਸੈਲਸ ਨੇ ਖੁੱਲ੍ਹ ਜਾਂਦੇ ਆ ਅਤੇ ਇੱਥੋਂ ਜਿਹੜੀ ਗੈਸਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ। ਜਦੋਂ ਕਲੋਜ਼ ਹੋ ਜਾਂਦਾ ਉਦੋਂ ਕੁਝ ਵੀ ਨਹੀਂ ਹੁੰਦਾ। ਠੀਕ ਹੈ, ਇਸੇ ਦੇ ਰਾਹੀਂ ਕੀ ਹੈ, ਟਰਾਂਸਪੀਰੇਸ਼ਨ ਹੁੰਦਾ ਹੈ। ਟਰਾਂਸਪੀਰੇਸ਼ਨ ਦਾ ਮਤਲਬ ਜਿਹੜਾ ਐਕਸਟਰਾ ਪਾਣੀ ਆ ਜਿਹੜਾ ਪੌਦਾ ਅਬਜ਼ਰਵ ਕਰ ਲੈਂਦਾ ਹੈ, ਉਹਨੂੰ ਵੀ ਕੀ ਹੈ, ਸਟੋਮੇਟਾ ਰਾਹੀਂ ਵਾਤਾਵਰਨ ਦੇ ਵਿੱਚ ਛੱਡ ਦਿੰਦਾ। ਠੀਕ ਹੈ, ਦੇਖੋ, ਇਸ ਲਈ ਕਾਰਬਨ ਡਾਈਆਕਸਾਈਡ ਉਤਪੰਨ ਨਹੀਂ ਹੁੰਦੀ। ਸਥਲੀ ਜੰਤੂ ਵਾਯੂਮੰਡਲ ਤੋਂ ਆਕਸੀਜਨ ਲੈਂਦੇ ਹਨ, ਪਰੰਤੂ ਜੋ ਜੰਤੂ ਜਲ ਵਿੱਚ ਰਹਿੰਦੇ ਹਨ, ਦੇਖੋ ਆਪਾਂ ਤਾਂ ਕੀ ਹੈ, ਆਲੇ ਦੁਆਲੇ ਦੇ ਵਾਤਾਵਰਨ ਤੋਂ ਲੈਂਦੇ ਹਾਂ ਆਕਸੀਜਨ, ਪਰ ਜਿਹੜੇ ਜੀਵ ਜੰਤੂ ਨੇ ਜਿਹੜੇ ਪਾਣੀ ਦੇ ਵਿੱਚ ਰਹਿੰਦੇ ਆ, ਉਹ ਕਿੱਥੋਂ ਆਕਸੀਜਨ ਲੈਂਦੇ ਆ, ਉਹ ਲੈਂਦੇ ਆ ਜਲ ਦੇ ਵਿੱਚੋਂ। ਜਿਹੜੀ ਆਕਸੀਜਨ ਜਲ ਦੇ ਵਿੱਚ ਘੁਲੀ ਹੁੰਦੀ ਹੈ, ਉਹੀ ਉਹ ਕੀ ਹੈ, ਜੰਤੂ ਲੈ ਲੈਂਦੇ ਆ। ਦੇਖੋ, ਆਪਾਂ ਨੂੰ ਪਤਾ ਹੈ ਕਿ ਪਾਣੀ ਦਾ ਕੀ ਫਾਰਮੂਲਾ ਹੁੰਦਾ ਹੈ, H2O। ਤਾਂ ਇਹਦਾ ਮਤਲਬ ਪਾਣੀ ਦੇ ਵਿੱਚ ਕੀ ਹੈ, ਘੁਲੀ ਹੋਈ ਆਕਸੀਜਨ ਆ ਨਾ, ਤਾਂ ਉਹੀ ਘੁਲੀ ਹੋਈ ਆਕਸੀਜਨ ਹੈ ਜਿਹੜੀ ਜੀਵ ਜੰਤੂ ਪਾਣੀ ਵਿਚਲੇ ਵਰਤੋਂ ਕਰਦੇ ਆ, ਜਿਵੇਂ ਕਿ ਮੱਛੀ ਹੋ ਗਈ। ਠੀਕ ਹੈ, ਉਹ ਘੁਲੀ ਹੋਈ ਆਕਸੀਜਨ ਹੀ ਲੈਂਦੇ ਆ। ਦੇਖੋ, ਜਿਵੇਂ ਕਿ ਇਹ ਮੱਛੀ ਹੈ, ਇਹਦੇ ਵਿੱਚ ਕੀ ਹੈਗਾ, ਗਿਲਜ਼ ਲੱਗੇ ਹੁੰਦੇ ਆ ਸਕਿਨ ਦੇ ਵਿੱਚ, ਇਹਦੇ ਦੁਆਰਾ ਹੀ ਇਹ ਕੀ ਕਰਦੇ ਆ, ਜਿਵੇਂ ਵਾਟਰ ਅੰਦਰ ਲੈ ਗਏ ਤਾਂ ਵਾਟਰ ਦੇ ਵਿੱਚੋਂ ਆਕਸੀਜਨ ਨੂੰ ਓਬਜ਼ਰਵ ਕਰ ਲਿਆ, ਫਿਰ ਵਾਟਰ ਨੂੰ ਕੀ ਕਰਤਾ, ਆਊਟ ਕਰਤਾ। ਠੀਕ ਹੈ, ਇਸ ਤਰ੍ਹਾਂ ਗਿਲਜ਼ ਦੇ ਰਾਹੀਂ ਕੀ ਹੈ, ਇਹ ਆਕਸੀਜਨ ਲੈਂਦੇ ਆ। ਇਹ ਆਕਸੀਜਨ ਘੱਟ ਮਾਤਰਾ ਦੇ ਵਿੱਚ ਲੈਂਦੇ ਆ, ਕਿਉਂਕਿ ਜਿਹੜੀ ਵਾਟਰ ਦੇ ਵਿੱਚ ਘੁਲੀ ਹੋਈ ਆਕਸੀਜਨ ਆ ਉਹ ਕੀ ਹੈ, ਘੱਟ ਹੁੰਦੀ ਹੈ। ਠੀਕ ਹੈ, ਦੇਖੋ, ਇਹੀ ਲਿਖਿਆ ਹੈ ਕਿ ਉਹਨਾਂ ਵਿੱਚ ਜਲ ਵਿੱਚ ਘੁਲੀ ਹੋਈ ਆਕਸੀਜਨ ਦਾ ਉਪਯੋਗ ਕਰਨ ਦੀ ਜ਼ਰੂਰਤ ਹੁੰਦੀ ਹੈ। ਮੱਛੀ ਆਪਣੇ ਮੂੰਹ ਦੁਆਰਾ ਜਲ ਲੈਂਦੀ ਹੈ, ਗਲਫੜਿਆਂ ਉੱਪਰੋਂ ਦੀ ਲੰਘਾਉਂਦੀ ਹੈ, ਜਿੱਥੇ ਖੂਨ ਘੁਲੀ ਹੋਈ ਆਕਸੀਜਨ ਲੈ ਲੈਂਦਾ ਅਤੇ ਪਾਣੀ ਆ ਜਿਹੜਾ ਬਾਹਰ ਆਊਟ ਕਰ ਦਿੰਦਾ। ਵੱਖ-ਵੱਖ ਜੀਵ ਇਹ ਆਕਸੀਜਨ ਭਿੰਨ-ਭਿੰਨ ਅੰਗਾਂ ਦੁਆਰਾ ਸੰਚਿਤ ਕਰਦੇ ਹਨ। ਸਾਰੇ ਅੰਗਾਂ ਦੀ ਰਚਨਾ ਅਜਿਹੀ ਹੁੰਦੀ ਹੈ ਜੋ ਉਸ ਸਤਹ ਦੇ ਖੇਤਰ ਨੂੰ ਵਧਾਉਂਦੀ ਹੈ ਜੋ ਆਕਸੀਜਨ ਭਰਪੂਰ ਵਾਯੂਮੰਡਲ ਦੇ ਸੰਪਰਕ ਵਿੱਚ ਹੁੰਦੀ ਹੈ। ਕਿ ਸਾਰਿਆਂ ਜੀਵ ਜੰਤੂਆਂ ਦੇ ਵਿੱਚ, ਜਿਵੇਂ ਕਿ ਮੱਛੀ ਦੇ ਵਿੱਚ ਗਲਫੜੇ ਹੋ ਗਏ, ਠੀਕ ਹੈ, ਆਪਾਂ ਕੀ ਮੂੰਹ ਰਾਹੀਂ ਨੱਕ ਰਾਹੀਂ ਸਾਹ ਲੈਂਦੇ ਹਾਂ, ਤਾਂ ਹਰ ਇੱਕ ਜੀਵ ਦੇ ਅੰਗ ਨੇ ਜਿਹੜੇ ਅਲੱਗ-ਅਲੱਗ ਹੁੰਦੇ ਨੇ, ਜਿਹਦੇ ਨਾਲ ਉਹਨਾਂ ਨੇ ਆਕਸੀਜਨ ਨੂੰ ਲੈਣਾ ਹੁੰਦਾ। ਦੇਖੋ, ਜਿਸ ਤਰ੍ਹਾਂ ਕਿ ਆਪਾਂ ਮਨੁੱਖ ਦੇ ਵਿੱਚ ਦੇਖ ਸਕਦੇ ਹਾਂ ਕਿ ਆਪਾਂ ਕੀ ਆ, ਨੱਕ ਦੇ ਰਾਹੀਂ ਸਾਹ ਲੈਂਦੇ ਹਾਂ, ਨੱਕ ਰਾਹੀਂ ਸਾਹ ਲੈ ਕੇ ਕੀ ਹੈ, ਫੇਫੜਿਆਂ ਦੇ ਵਿੱਚ ਚਲੀ ਜਾਂਦੀ ਹੈ ਆਕਸੀਜਨ, ਫੇਫੜਿਆਂ ਤੋਂ ਕੀ ਹੈ, ਅਲੱਗ-ਅਲੱਗ ਬੋਡੀ ਦੇ ਪਾਰਟਸ ਦੇ ਵਿੱਚ ਚਲੀ ਜਾਂਦੀ ਹੈ। ਠੀਕ ਹੈ, ਇਹਨੂੰ ਆਪਾਂ ਡਿਟੇਲ 'ਚ ਦੇਖਾਂਗੇ ਕਿੱਥੇ ਕਿੱਥੇ ਜਾਂਦੀ ਆ, ਕਿਵੇਂ ਕਿਵੇਂ ਹੁੰਦਾ ਗਾ। ਆਹ ਕੀ ਆਪਣੇ ਕੋਲੇ ਐਲਵੋਲਾਈਜ਼ ਨੇ, ਇਹਨਾਂ ਬਾਰੇ ਵੀ ਡਿਟੇਲ 'ਚ ਪੜਾਂਗੇ। ਇੱਥੇ ਕੀ ਇਸ ਤਰ੍ਹਾਂ ਗੋਲੀਆਂ ਜਿਹੀਆਂ ਬਣੀਆਂ ਹੁੰਦੀਆਂ ਨੇ। ਠੀਕ ਹੈ, ਬ੍ਰੌਂਕੀਅਲਸ ਦੇ ਵਿੱਚ ਹੁੰਦੇ ਨੇ ਐਲਵੋਲਾਈਜ਼। ਇਹ ਕੀ ਹੈ, ਸਾਹ ਕਿਰਿਆ ਦੇ ਵਿੱਚ ਮਦਦ ਕਰਦੇ ਆ। ਕਿੱਥੇ ਪ੍ਰੈਜ਼ੈਂਟ ਹੈ ਇਹ, ਇੱਥੇ ਫੇਫੜਿਆਂ ਦੇ ਵਿੱਚ। ਦੇਖੋ, ਮਨੁੱਖਾਂ ਵਿੱਚ ਹਵਾ ਸਰੀਰ ਦੇ ਅੰਦਰ ਨਾਸਾਂ ਰਾਹੀਂ ਜਾਂਦੀ ਹੈ। ਨਾਸਾਂ ਦੁਆਰਾ ਜਾਣ ਵਾਲੀ ਹਵਾ ਮਾਰਗ ਵਿੱਚ ਉਪਸਥਿਤ ਬਰੀਕ ਵਾਲਾਂ ਦੁਆਰਾ ਪੁਣੀ ਜਾਂਦੀ ਹੈ, ਜਿਸ ਨਾਲ ਸਰੀਰ ਵਿੱਚ ਜਾਣ ਵਾਲੀ ਹਵਾ ਧੂੜ ਅਤੇ ਹੋਰ ਅਸ਼ੁੱਧੀਆਂ ਤੋਂ ਮੁਕਤ ਹੋ ਜਾਂਦੀ ਹੈ। ਕੀ ਹੁੰਦਾ ਹੈ ਕਿ ਆਪਾਂ ਨੱਕ ਦੇ ਰਾਹੀਂ ਸਾਹ ਲੈਂਦੇ ਹਾਂ, ਨੱਕ ਵਿੱਚ ਕੀ ਹੁੰਦੇ ਨੇ, ਛੋਟੇ ਛੋਟੇ ਬਾਲ ਹੁੰਦੇ ਆ, ਉਹ ਕੀ ਕਰਦੇ ਆ,
ਫਿਲਟਰ ਦਾ ਕੰਮ ਕਰਦੇ ਆ। ਅਗਰ ਜਿਹੜੀ ਆਪਾਂ ਹਵਾ ਲੈ ਰਹੇ ਹਾਂਗੇ ਉਹਦੇ ਵਿੱਚ ਬਹੁਤ ਸਾਰੀਆਂ ਅਸ਼ੁੱਧੀਆਂ ਘੁਲੀਆਂ ਹੁੰਦੀਆਂ ਨੇ, ਉਹਨਾਂ ਅਸ਼ੁੱਧੀਆਂ ਨੂੰ ਕੀ ਕਰ ਦਿੰਦਾ ਹੈ, ਉਹ ਬਾਲ ਨੇ ਜਿਹੜੇ ਫਿਲਟਰ ਕਰ ਦਿੰਦੇ ਨੇ ਅਤੇ ਪਿਓਰ ਆਕਸੀਜਨ ਆ ਜਿਹੜੀ ਆਪਣੀ ਬੋਡੀ ਦੇ ਵਿੱਚ ਜਾਂਦੀ ਹੈ। ਸਾਰੇ ਧੂੜ ਕਣ ਨੇ ਜਿਹੜੇ ਰਸਤੇ ਦੇ ਵਿੱਚ ਰਹਿ ਜਾਂਦੇ ਆ। ਇਸ ਮਾਰਗ ਵਿੱਚ ਮਿਊਕਸ ਦੀ ਪਰਤ ਹੁੰਦੀ ਹੈ ਜੋ ਇਸ ਪ੍ਰਕਿਰਿਆ ਵਿੱਚ ਸਹਾਇਕ ਹੁੰਦੀ ਹੈ। ਇੱਥੋਂ ਹਵਾ ਗਲੇ ਵਿੱਚੋਂ ਲੰਘ ਕੇ ਫੇਫੜਿਆਂ ਤੱਕ ਪਹੁੰਚਦੀ ਹੈ। ਠੀਕ ਹੈ, ਮਿਊਕਸ ਦੀ ਪਰਤ ਹੁੰਦੀ ਹੈ ਜਿਹੜੀ ਹਵਾ ਨੂੰ ਅੱਗੇ ਜਾਣ ਦੇ ਵਿੱਚ ਮਦਦ ਕਰਦੀ ਹੈ। ਠੀਕ ਹੈ, ਨੱਕ ਤੋਂ ਫਿਰ ਹਵਾ ਕਿੱਥੇ ਜਾਂਦੀ ਹੈ, ਗਲ ਦੇ ਦੁਆਰਾ ਫੇਫੜਿਆਂ ਤੱਕ ਪਹੁੰਚ ਜਾਂਦੀ ਹੈ। ਠੀਕ ਹੈ, ਫਿਰ ਜਿਹੜਾ ਆਪਣਾ ਗਲ ਹੁੰਦਾ ਹੈਗਾ ਉਹਦੇ ਵਿੱਚ ਕੰਠ ਦੇ ਵਿੱਚ ਕੀ ਹੁੰਦੇ ਨੇ, ਕਾਰਟਿਲੇਜ ਦੇ ਛੱਲੇ ਹੁੰਦੇ ਨੇ ਜੋ ਇਹ ਯਕੀਨੀ ਬਣਾਉਂਦੇ ਹਨ ਕਿ ਹਵਾ ਮਾਰਗ ਪਿਚਕ ਕੇ ਬੰਦ ਨਾ ਹੋ ਜਾਵੇ। ਦੇਖੋ ਕਿੱਥੇ ਹੁੰਦੇ ਨੇ ਇਹ, ਆਹ ਸੀ ਜਦੋਂ ਆਪਾਂ ਸਾਹ ਲੈਂਦੇ ਹਾਂ ਆਵਾਜ਼ ਆਉਂਦੀ ਹੈ ਨਾ, ਤਾਂ ਕੀ ਹੁੰਦੇ ਨੇ ਇੱਥੇ ਕੰਠ ਦੇ ਵਿੱਚ ਆਹ ਜਿਹੜਾ ਛੱਲੇ ਜੇ ਬਣੇ ਹੋਏ ਆ। ਠੀਕ ਹੈ, ਕਾਰਟਿਲੇਜ ਦੇ ਛੱਲੇ ਹੁੰਦੇ ਨੇਗੇ। ਇਹ ਕੀ ਕਰਦੇ ਆ, ਹਵਾ ਨੂੰ ਲੰਘਣ ਦੇ ਵਿੱਚ ਮਦਦ ਕਰਦੇ ਆ ਤਾਂ ਜੋ ਕੋਈ ਵੀ ਨਾੜ ਵਗੈਰਾ ਜਿਹੜੀ ਜਿੱਥੋਂ ਦੀ ਸਾਹ ਜਾਣਾ ਹੈ ਉਹ ਕੀ ਆਪਸ ਦੇ ਵਿੱਚ ਚਿਪਕ ਨਾ ਜਾਵੇ। ਇਸ ਕਰਕੇ ਇਹ ਛੱਲੇ ਨੇ ਜਿਹੜੇ ਹਵਾ ਨੂੰ ਲੰਘਣ ਦੇ ਵਿੱਚ ਮਦਦ ਕਰਦੇ ਆ। ਦੇਖੋ ਫੇਫੜਿਆਂ ਅੰਦਰ ਇਹ ਛੋਟਾ ਮਾਰਗ ਛੋਟਾ ਅਤੇ ਹੋਰ ਛੋਟਾ ਹੁੰਦਾ ਹੋਇਆ ਨਾਲੀਆਂ ਵਿੱਚ ਵੰਡਿਆ ਜਾਂਦਾ ਹੈ ਕਿ ਪਹਿਲਾਂ ਆਪਣੇ ਕੋਲੇ ਕੀ ਆ, ਫੇਫੜਿਆਂ 'ਚ ਪਹੁੰਚ ਗਈ ਹਵਾ, ਫਿਰ ਅੱਗੇ ਦੀ ਅੱਗੇ ਐਲਵੋਲਾਈਜ਼ ਤੱਕ, ਬ੍ਰੋਂਕੀਅਲਸ ਤੱਕ ਅਲੱਗ-ਅਲੱਗ ਅੰਗਾਂ ਦੇ ਵਿੱਚ ਚਲੀ ਜਾਂਦੀ ਹੈ। ਦੇਖੋ ਇਹ ਕੀ ਨੇ, ਬ੍ਰੋਂਕੀਅਲਸ ਨੇ, ਇਹਨਾਂ ਦੇ ਵਿੱਚ ਆ ਛੋਟੇ ਛੋਟੇ ਕੀ ਨੇ, ਐਲਵੋਲਾਈਜ਼ ਨੇ। ਅਗਰ ਤੁਸੀਂ ਇਹ ਸਰਚ ਕਰਕੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂ ਕਿ ਐਲਵੋਲਾਈਜ਼ ਦੇ ਵਿੱਚ ਦੇਖੋ ਪਹਿਲਾਂ ਆਪਣੇ ਕੋਲੇ ਕੀ ਆਇਆ, ਸਾਹ ਇੱਥੇ ਆਇਆ, ਫੇਫੜਿਆਂ ਦੇ ਵਿੱਚ ਐਂਟਰ ਕੀਤਾ, ਜਿਹੜਾ ਛੋਟੀ ਛੋਟੀਆਂ ਬ੍ਰਾਂਚਸ ਬਣੀਆਂ ਹੋਈਆਂ ਨੇ ਜਾਲ ਜਾਂ, ਇਹ ਕੀ ਨੇ, ਬ੍ਰੋਂਕੀਅਲਸ ਨੇ। ਇਹ ਕੀ ਹੈ, ਗੋਲੀਆਂ ਜਿਹੀਆਂ ਹੁੰਦੀਆਂ, ਇਸ ਤਰ੍ਹਾਂ ਦਾ ਸਟਰਕਚਰ ਹੁੰਦਾ ਹੈ। ਜਦੋਂ ਆਕਸੀਜਨ ਅੰਦਰ ਜਾਂਦੀ ਹੈ ਤਾਂ ਇਹ ਫੈਲ ਜਾਂਦੀਆਂ ਨੇ, ਆਕਸੀਜਨ ਬਾਹਰ ਨਿਕਲੇ ਤਾਂ ਇਹ ਸੁੰਗੜ ਜਾਂਦੀਆਂ ਨੇ। ਇਸ ਤਰ੍ਹਾਂ ਇਹ ਲਗਾਤਾਰ ਸੁੰਗੜਦੀਆਂ ਅਤੇ ਫੈਲਦੀਆਂ ਰਹਿੰਦੀਆਂ ਨੇ, ਜਿਹਦੇ ਨਾਲ ਸਾਹ ਪ੍ਰਕਿਰਿਆ ਚੱਲਦੀ ਰਹਿੰਦੀ ਹੈ। ਦੇਖੋ ਗੁਬਾਰੇ ਦੇ ਵਰਗੀਆਂ ਸੰਰਚਨਾ ਹੁੰਦੀਆਂ ਨੇ ਜਿਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਐਲਵੋਲਾਈਜ਼। ਠੀਕ ਹੈ, ਹਵਾ ਦੀਆਂ ਥੈਲੀਆਂ ਹੁੰਦੀਆਂ ਨੇ, ਹਵਾ ਇਹਨਾਂ ਦੇ ਵਿੱਚ ਭਰ ਜਾਂਦੀ ਹੈ, ਬਾਹਰ ਨਿਕਲ ਜਾਂਦੀ ਹੈ। ਇਹ ਗੈਸਾਂ ਦੇ ਆਦਾਨ ਪ੍ਰਦਾਨ ਵਿੱਚ ਮਦਦ ਕਰਦੀਆਂ ਨੇ। ਠੀਕ ਹੈ, ਇਹਨਾਂ ਦੀ ਪਰਤ ਹੈ ਜਿਹੜੀ ਬਿਲਕੁਲ ਐਵੇਂ ਦੀ ਹੁੰਦੀ ਹੈ ਕਿ ਗੈਸ ਇਹਨਾਂ ਦੇ ਵਿੱਚੋਂ ਦੀ ਈਜ਼ਲੀ ਬਾਹਰ ਵੀ ਜਾ ਸਕਦੀ ਹੈ, ਅੰਦਰ ਵੀ ਜਾ ਸਕਦੀ ਹੈ ਬਿਨਾਂ ਇਹਨਾਂ ਨੂੰ ਓਪਨ ਕਰੇ। ਇਹਨਾਂ ਦੀ ਸਤਹ ਹੀ ਐਵੇਂ ਦੀ ਹੁੰਦੀ ਹੈ ਕਿ ਹਵਾ ਆਰ ਪਾਰ ਜਾ ਸਕਦੀ ਹੈ। ਉਸ ਤੋਂ ਬਾਅਦ ਕੀ ਹੁੰਦਾ ਕਿ ਐਲਵੋਲਾਈ ਦੀਆਂ ਕੰਧਾਂ ਵਿੱਚ ਲਹੂ ਵਹਿਣੀਆਂ ਦਾ ਵਿਸਤ੍ਰਿਤ ਜਾਲ ਫੈਲਿਆ ਹੁੰਦਾ ਹੈ। ਸਾਹ ਚੱਕਰ ਸਮੇਂ ਜਦੋਂ ਹਵਾ ਅੰਦਰ ਅਤੇ ਬਾਹਰ ਲੈ ਜਾਂਦੀ ਹੈ ਤਾਂ ਸਦਾ ਹੀ ਫੇਫੜਿਆਂ ਵਿੱਚ ਕੁਝ ਹਵਾ ਬਚੀ ਰਹਿ ਜਾਂਦੀ ਹੈ, ਜਿਸ ਨਾਲ ਆਕਸੀਜਨ ਦੇ ਜਜ਼ਬ ਹੋਣ, ਕਾਰਬਨ ਡਾਈਆਕਸਾਈਡ ਦੇ ਬਾਹਰ ਨਿਕਲਣ ਲਈ ਕਾਫੀ ਸਮਾਂ ਮਿਲ ਜਾਂਦਾ ਹੈ। ਦੇਖੋ ਆਕਸੀਜਨ ਜਿਹੜੀ ਅੰਦਰ ਜਾਂਦੀ ਹੈ, ਫਿਰ ਕੀ ਹੁੰਦਾ, ਕਾਰਬਨ ਡਾਈਆਕਸਾਈਡ ਬਾਹਰ ਨਿਕਲਦੀ ਹੈ ਅਤੇ ਇਸ ਪ੍ਰਕਿਰਿਆ ਦੇ ਦੌਰਾਨ ਥੋੜ੍ਹਾ ਸਮਾਂ ਲੱਗ ਜਾਂਦਾ, ਜਿਸ ਕਰਕੇ ਫੇਫੜੇ ਹਮੇਸ਼ਾ ਕੀ ਕਰਦੇ ਆ, ਕੁਛ ਆਕਸੀਜਨ ਕੁਛ ਹਵਾ ਨੂੰ ਬਚਾ ਕੇ ਰੱਖਦੇ ਆ ਜਿਹੜੀ ਉਸ ਟਾਈਮ ਦੇ ਵਿੱਚ ਆਪਾਂ ਸਾਹ ਲੈਣ ਲਈ ਵਰਤਦੇ ਹਾਂ। ਠੀਕ ਹੈ, ਜਦੋਂ ਸਾਹ ਲੈ ਕੇ ਅੰਦਰ ਇੱਕ ਵਾਰੀ ਆਕਸੀਜਨ ਚਲੀ ਗਈ ਤਾਂ ਉੱਥੇ ਕੀ ਹੈਗਾ, ਵਹਿਣੀਆਂ ਦਾ ਯਾਨੀ ਕਿ ਨਾੜੀਆਂ ਦਾ ਬਹੁਤ ਵੱਡਾ ਜਾਲ ਵਿਛਿਆ ਹੁੰਦਾ ਹੈ ਜਿਹੜਾ ਕੀ ਕਰਦਾ, ਸਾਰੇ ਬੋਡੀ ਪਾਰਟਸ ਤੱਕ ਆਕਸੀਜਨ ਨੂੰ ਲੈ ਕੇ ਜਾਂਦਾ। ਇਹਦਾ ਮੇਨ ਰੋਲ ਕੌਣ ਪਲੇ ਕਰਦਾ, ਆਪਣਾ ਲਹੂ ਜਿਹੜਾ, ਜਿਹਦੇ ਵਿੱਚ ਕੀ ਹੈ, ਆਕਸੀਜਨ ਘੁਲ ਜਾਂਦੀ ਹੈ ਅਤੇ ਸਾਰੇ ਬੋਡੀ ਪਾਰਟ ਤੱਕ ਚਲੀ ਜਾਂਦੀ ਹੈ। ਦੇਖੋ ਇਹ ਕੀ ਆਪਣੇ ਬਲੱਡ ਦੇ ਸੈੱਲਸ ਨੇ। ਠੀਕ ਹੈ, ਰੈੱਡ ਬਲੱਡ ਸੈੱਲ RBCs ਕਹਿੰਦੇ ਹਾਂ ਜਿਹਨੂੰ ਆਪਾਂ। ਇਹਦੇ ਵਿੱਚ ਕੀ ਹੁੰਦਾ, ਹੀਮੋਗਲੋਬਿਨ ਅਤੇ ਆਇਰਨ ਹੁੰਦੇ ਆ। ਠੀਕ ਹੈ, ਹੀਮੋਗਲੋਬਿਨ ਦਾ ਕੀ ਕੰਮ ਹੈ, ਜਿਹੜੀ ਕਿ ਬਲੱਡ ਦੇ ਵਿੱਚ ਹੁੰਦੀ ਹੈ, ਉਹ ਆਕਸੀਜਨ ਨੂੰ ਜਲਦੀ ਜੁਆਇਨ ਕਰ ਜਾਂਦੀ ਹੈ। ਠੀਕ ਹੈ, ਆਕਸੀਜਨ ਨੂੰ ਜਲਦੀ ਕੈਚ ਕਰ ਲੈਂਦੀ ਹੈ ਅਤੇ ਹੀਮੋਗਲੋਬਿਨ ਆਕਸੀਜਨ ਨੂੰ ਕੈਚ ਕਰਕੇ ਕੀ ਕੰਮ ਕਰਦੀ ਹੈ, ਸਰੀਰ ਦੇ ਅਲੱਗ-ਅਲੱਗ ਭਾਗਾਂ ਦੇ ਵਿੱਚ ਪਹੁੰਚਾਉਣ ਦਾ ਕੰਮ ਕਰਦੀ ਹੈ। ਠੀਕ ਹੈ, ਤਾਂ ਹੀਮੋਗਲੋਬਿਨ ਨੂੰ ਆਪਾਂ ਕੀ ਕਹਿ ਸਕਦੇ ਹਾਂ ਵੀ ਇਹ ਆਕਸੀਜਨ ਕੈਰੀਅਰ ਹੈ, ਯਾਨੀ ਕਿ ਆਕਸੀਜਨ ਨੂੰ ਲੈ ਕੇ ਸਾਰੇ ਬੋਡੀ ਪਾਰਟਸ ਤੱਕ ਪਹੁੰਚਾਉਂਦੀ ਹੈ। ਹੀਮੋਗਲੋਬਿਨ ਦੇ ਨਾਲ ਕੌਣ ਜੁਆਇਨ ਕਰ ਜਾਂਦਾ ਹੈ, ਆਕਸੀਜਨ। ਠੀਕ ਹੈ ਜੀ, ਦੇਖੋ ਇਹੀ ਹੈ ਕਿ ਮਨੁੱਖਾਂ ਵਿੱਚ ਸਾਹ ਵਰਨਕ ਕੌਣ ਹੈ, ਹੀਮੋਗਲੋਬਿਨ ਹੈ। ਠੀਕ ਹੈ, ਇਹਦੀ ਜਿਹੜੀ ਆਕਸੀਜਨ ਦੇ ਪ੍ਰਤੀ ਖਿੱਚ ਬਹੁਤ ਜ਼ਿਆਦਾ ਹੁੰਦੀ ਹੈ। ਆਕਸੀਜਨ ਜਿਹੜੇ ਲਾਲ ਜਿਹੜੇ ਖੂਨ ਦੇ ਰਕਤਾਣੂ ਨੇ ਉਹਨਾਂ ਦੇ ਵਿੱਚ ਮਿਲ ਜਾਂਦੀ ਹੈ। ਠੀਕ ਹੈ, ਅਤੇ ਇਹ ਕੀ ਆ, ਜ਼ਿਆਦਾ ਘੁਲਣਸ਼ੀਲ ਹੁੰਦੀ ਹੈ। ਦੇਖੋ ਕਾਰਬਨ ਡਾਈਆਕਸਾਈਡ ਆਕਸੀਜਨ ਦੇ ਟਾਕਰੇ ਵਿੱਚ ਪਾਣੀ ਵਿੱਚ ਵਧੇਰੇ ਘੁਲਣਸ਼ੀਲ ਹੈ, ਇਸ ਲਈ ਲਹੂ ਵਿੱਚ ਵਧੇਰੇ ਕਰਕੇ ਇਸ ਦਾ ਪਰਿਵਰਤਨ ਘੋਲ ਅਵਸਥਾ ਵਿੱਚ ਹੁੰਦਾ ਹੈ। ਕੀ ਹੁੰਦਾ ਕਿ ਜਿਹੜੀ ਕਾਰਬਨ ਡਾਈਆਕਸਾਈਡ ਬਣਦੀ ਹੈ ਉਹ ਕੀ ਹੈ,
ਬਲੱਡ ਦੇ ਵਿੱਚ ਜਾਂ ਲਿਕੁਇਡ ਦੇ ਵਿੱਚ ਜ਼ਿਆਦਾ ਘੁਲਣਸ਼ੀਲ ਹੁੰਦੀ ਹੈ। ਇਸ ਕਰਕੇ ਲਹੂ ਦੇ ਵਿੱਚ ਘੁਲ ਕੇ ਫੇਫੜਿਆਂ ਤੱਕ ਪਹੁੰਚ ਜਾਂਦੀ ਹੈ ਅਤੇ ਕਾਰਬਨ ਡਾਈਆਕਸਾਈਡ ਫਿਰ ਉੱਥੋਂ ਫਿਲਟਰ ਹੋ ਕੇ ਕੀ ਹੈ ਬਾਹਰ ਨਿਕਲ ਜਾਂਦੀ ਹੈ। ਉਹੀ ਲਹੂ ਕੀ ਕਰਦਾ ਹੈ, ਆਕਸੀਜਨ ਨੂੰ ਲੈ ਜਾਂਦਾ ਹੈ, ਕਾਰਬਨ ਡਾਈਆਕਸਾਈਡ ਨੂੰ ਛੱਡ ਜਾਂਦਾ ਹੈ। ਠੀਕ ਹੈ, ਇਸ ਤਰ੍ਹਾਂ ਇਹ ਚੱਕਰ ਚੱਲਦਾ ਰਹਿੰਦਾ ਹੈ। ਫਿਰ ਆਪਾਂ ਦੇਖਦੇ ਹਾਂ ਮਨੁੱਖਾਂ ਦੇ ਵਿੱਚ ਪਰਿਵਹਨ ਕਿਵੇਂ ਹੁੰਦਾ ਹੈ, ਹਿਊਮਨ ਦੇ ਵਿੱਚ ਟਰਾਂਸਪੋਰਟੇਸ਼ਨ ਕਿਸ ਤਰ੍ਹਾਂ ਨਾਲ ਹੁੰਦਾ ਹੈ। ਦੇਖੋ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਮੇਨ ਕਾਰਨ ਕੌਣ ਹੈ, ਲਹੂ ਹੈਗਾ, ਬਲੱਡ ਹੈ, ਜਿਹਦੇ ਕਰਕੇ ਸਭ ਕੁਝ ਹੁੰਦਾ ਹੈ। ਲਹੂ ਸਾਡੇ ਸਰੀਰ ਵਿੱਚ ਭੋਜਨ, ਆਕਸੀਜਨ ਅਤੇ ਵਾਧੂ ਪਦਾਰਥਾਂ ਦਾ ਪਰਿਵਹਨ ਯਾਨੀ ਕਿ ਢੋਆ ਢੁਆਈ ਦਾ ਕੰਮ ਕਰਦਾ ਹੈ। ਕਿਉਂਕਿ ਜਿਹੜਾ ਲਹੂ ਹੈਗਾ ਉਹ ਆਪਣੀ ਸਾਰੀ ਬੋਡੀ ਦੇ ਵਿੱਚ ਜਾ ਸਕਦਾ ਹੈ, ਹਰੇਕ ਅੰਗ ਕੋਲ ਜਾ ਸਕਦਾ ਹੈ। ਠੀਕ ਹੈ, ਹਰ ਕਿਤੇ ਖੂਨ ਮੌਜੂਦ ਹੈਗਾ। ਇਸ ਕਰਕੇ ਇਹ ਕੀ ਕਰਦਾ ਹੈ, ਢੋਆ ਢੁਆਈ ਦਾ ਕੰਮ ਕਰਦਾ ਹੈ। ਆਕਸੀਜਨ, ਭੋਜਨ ਅਤੇ ਬਾਕੀ ਦੇ ਪਦਾਰਥ ਜਿਹੜੇ ਆਪਣੇ ਸਰੀਰ ਨੂੰ ਚਾਹੀਦੇ ਨੇ ਉਹਨਾਂ ਸਾਰਿਆਂ ਦੀ ਢੋਆ ਢੁਆਈ ਕਰਦਾ ਹੈ। ਠੀਕ ਹੈ, ਇਹ ਇੱਕ ਸੰਯੋਜਕ ਟਿਸ਼ੂ ਹੈਗਾ ਅਤੇ ਇਹ ਕੀ ਹੈ ਲਿਕੁਇਡ ਸਟੇਟ ਦੇ ਵਿੱਚ ਹੁੰਦਾ, ਯਾਨੀ ਕਿ ਤਰਲ ਮਾਧਿਅਮ ਦੇ ਵਿੱਚ ਹੁੰਦਾ। ਠੀਕ ਹੈ, ਜਿਹੜੀ ਦੇ ਵਿੱਚ ਤਰਲ ਚੀਜ਼ ਹੁੰਦੀ ਹੈ ਉਸ ਨੂੰ ਆਪਾਂ ਕਹਿੰਦੇ ਹਾਂ ਪਲਾਜ਼ਮਾ। ਠੀਕ ਹੈ, ਇਹਦੇ ਵਿੱਚ ਕੀ ਹੁੰਦੇ ਨੇ, ਜਿਹੜੇ ਸ਼ੈੱਲ ਨੇਗੇ ਲਟਕੇ ਹੋਏ ਹੁੰਦੇ ਨੇ। ਪਲਾਜ਼ਮਾ ਦਾ ਕੀ ਕੰਮ ਹੈ ਕਿ ਪਲਾਜ਼ਮਾ ਭੋਜਨ, ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ, ਫਾਲਤੂ ਹੋਰ ਪਦਾਰਥ, ਠੀਕ ਹੈ, ਉਹਨਾਂ ਸਾਰਿਆਂ ਨੂੰ ਕੀ ਗ੍ਰਹਿਣ ਕਰ ਲੈਂਦਾ ਹੈ ਅਤੇ ਸਾਰੇ ਸਰੀਰ ਤੱਕ ਪਹੁੰਚਾ ਦਿੰਦਾ ਹੈ। ਦੇਖੋ ਕੀ ਹੁੰਦਾ ਆਪਣੀ ਬੋਡੀ 'ਚ, ਰੈੱਡ ਬਲੱਡ ਸੈਲਸ ਹੁੰਦੇ ਨੇ ਜਿਹਨਾਂ ਨੂੰ ਆਪਾਂ RBCs ਕਹਿੰਦੇ ਹਾਂ। ਇਹ ਆਪਾਂ ਖੂਨ ਦੀ ਗੱਲ ਕਰ ਰਹੇ ਹਾਂ। ਖੂਨ ਦੇ ਵਿੱਚ ਕੀ ਹੁੰਦਾ, ਪਲੇਟਲੈਟਸ ਹੁੰਦੇ ਨੇਗੇ। ਠੀਕ ਹੈ, ਇਹ ਕੀ ਕਰਦੇ ਨੇ, ਖੂਨ ਨੂੰ ਜਮਾਉਣ ਦੇ ਵਿੱਚ ਮਦਦ ਕਰਦੇ ਆ। ਵਾਈਟ ਬਲੱਡ ਸੈਲਸ ਹੁੰਦੇ ਆ, ਇਹ ਕੀ ਕਰਦੇ ਆਪਾਂ ਨੂੰ WBCs ਕਹਿੰਦੇ ਆਪਾਂ। ਇਹ ਕੀ ਕਰਦੇ ਆ, ਸੁਰੱਖਿਆ ਪ੍ਰਦਾਨ ਕਰਦੇ ਆ ਆਪਣੇ ਸਰੀਰ ਨੂੰ। ਪਲਾਜ਼ਮਾ ਹੁੰਦਾ ਅਤੇ ਬਲੱਡ ਵੈਸਲਸ ਹੁੰਦੀਆਂ ਨੇ। ਇਹ ਕਿ ਲਿਕੁਇਡ ਹੁੰਦਾ ਹੈ ਆਪਣੀ ਬੋਡੀ ਦੇ ਵਿੱਚ। ਠੀਕ ਹੈ ਜੀ, ਹੁਣ ਦੇਖੋ ਆਕਸੀਜਨ ਕਿਸ ਤਰ੍ਹਾਂ ਜਾਂਦੀ ਹੈ ਕਿ ਆਕਸੀਜਨ ਨੂੰ ਲਾਲ ਲਹੂ ਸੈੱਲ ਲੈ ਜਾਂਦੇ ਹਨ। ਬਹੁਤ ਸਾਰੇ ਹੋਰ ਪਦਾਰਥ ਜਿਵੇਂ ਕਿ ਲੂਣਾ ਦਾ ਪਰਿਵਹਨ ਵੀ ਲਹੂ ਦੁਆਰਾ ਹੁੰਦਾ ਹੈ। ਠੀਕ ਹੈ, ਜਦੋਂ ਸਾਰਾ ਕੁਛ ਹੀ ਲਹੂ ਦੁਆਰਾ ਹੁੰਦਾ ਹੈ ਤਾਂ ਆਪਾਂ ਨੂੰ ਇਸ ਤਰ੍ਹਾਂ ਦੇ ਇੱਕ ਪੰਪ ਦੀ ਜ਼ਰੂਰਤ ਹੈ ਜਿਹੜਾ ਕਿ ਸਾਰੇ ਸਰੀਰ ਤੋਂ ਲਹੂ ਨੂੰ ਇਕੱਠਾ ਕਰ ਲੇ ਅਤੇ ਸਾਰੇ ਸਰੀਰ ਤੱਕ ਵਾਪਸ ਭੇਜ ਦੇ। ਠੀਕ ਹੈ, ਤਾਂ ਆਪਾਂ ਇਸ ਤਰ੍ਹਾਂ ਦਾ ਪੰਪ ਕਿਹੜਾ ਯੂਜ਼ ਕਰਦੇ ਹਾਂ, ਆਪਣਾ ਹਾਰਟ, ਆਪਣਾ ਦਿਲ। ਤਾਂ ਦਿਲ ਆ ਜਿਹੜਾ ਇਹ ਕੰਮ ਕਰਦਾ ਗਾ। ਠੀਕ ਹੈ, ਖੂਨ ਨੂੰ ਸਾਰੀ ਬੋਡੀ ਤੱਕ ਪਹੁੰਚਾਉਣ ਦਾ। ਕਿਸ ਤਰ੍ਹਾਂ ਦਾ ਹੁੰਦਾ ਇਹ, ਦਿਲ ਪੇਸ਼ੀਆਂ ਦਾ ਬਣਿਆ ਇੱਕ ਅੰਗ ਹੈ ਜੋ ਕਿ ਮੁੱਠੀ ਦੇ ਆਕਾਰ ਦਾ ਹੁੰਦਾ ਹੈ। ਲਹੂ ਨੇ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦੋਵੇਂ ਹੀ ਲੈ ਜਾਣੇ ਹੁੰਦੇ ਹਨ। ਦੇਖੋ ਆਪਾਂ ਕਹਿੰਦੇ ਨਾ ਆਪਣੀ ਬੋਡੀ ਦੇ ਵਿੱਚ ਦੋ ਤਰ੍ਹਾਂ ਦਾ ਖੂਨ ਹੁੰਦਾ। ਇੱਕ ਤਾਂ ਦੇਖੋ ਬਲੂ ਕਲਰ ਨਾਲ ਸ਼ੋਅ ਕਰਦੇ ਆ, ਇੱਕ ਰੈੱਡ ਕਲਰ ਨਾਲ ਕਰਦੇ ਆ। ਰੈੱਡ ਕਲਰ ਵਾਲਾ ਕਿਹੜਾ ਹੁੰਦਾ, ਜਿਹਦੇ ਵਿੱਚ ਆਕਸੀਜਨ ਮਿਲੀ ਹੁੰਦੀ ਹੈ, ਜਿਹੜਾ ਕੀ ਹੈ ਦਿਲ ਤੋਂ ਸਾਰੇ ਬੋਡੀ ਪਾਰਟ ਤੱਕ ਜਾਂਦਾ ਹੈ। ਠੀਕ ਹੈ, ਇੱਕ ਬਲੂ ਕਲਰ ਦਾ ਜਿਹੜਾ ਸ਼ੋਅ ਹੁੰਦਾ ਹੈ ਉਹ ਹੁੰਦਾ ਜਿਹਦੇ ਵਿੱਚ ਕਾਰਬਨ ਡਾਈਆਕਸਾਈਡ ਮਿਲੀ ਹੁੰਦੀ ਆ, ਜਿਹੜੇ ਸਾਰੇ ਬੋਡੀ ਪਾਰਟਾਂ ਤੋਂ ਇਕੱਠਾ ਹੋ ਕੇ ਆਪਣੇ ਦਿਲ ਤੱਕ ਪਹੁੰਚਦਾ। ਠੀਕ ਹੈ, ਫਿਰ ਫਿਲਟਰ ਕਰਕੇ ਵਾਪਸ ਚਲਾ ਜਾਂਦਾ। ਇਸ ਤਰ੍ਹਾਂ ਦੋ ਤਰ੍ਹਾਂ ਦਾ ਜਿਹੜਾ ਖੂਨ ਆਪਣੀ ਬੋਡੀ ਦੇ ਵਿੱਚ ਪਾਇਆ ਜਾਂਦਾ। ਦੇਖੋ ਇਹ ਹਾਰਟ ਦੀ ਡਾਇਗਰਾਮ, ਇਹਨੂੰ ਧਿਆਨ ਨਾਲ ਦੇਖੋ। ਇੱਧਰ ਆਪਣੇ ਕੋਲ ਕੀ ਆ, ਰੈੱਡ ਕਲਰ ਦੇ ਸ਼ੋਅ ਹੋ ਰਿਹਾ ਬਲੱਡ, ਇੱਧਰ ਬਲੂ ਕਲਰ ਦਾ ਹੋ ਰਿਹਾ। ਠੀਕ ਹੈ, ਤਾਂ ਰੈੱਡ ਕਲਰ ਦੇ ਵਿੱਚ ਕੀ ਆਪਣੇ 4 ਚੈਂਬਰ ਹੁੰਦੇ ਆ। ਠੀਕ ਹੈ, ਚਾਰਾਂ ਦੇ ਵਿੱਚ ਕੀ ਹੈ, 2 ਦੇ ਵਿੱਚ ਰੈੱਡ ਬਲੱਡ ਹੈ ਅਤੇ 2 ਦੇ ਵਿੱਚ ਕੀ ਆ ਬਲੂ ਹੈ। ਠੀਕ ਹੈ ਜੀ, ਰੈੱਡ ਬਲੱਡ ਦੇ ਵਿੱਚ ਕੀ ਘੁਲਿਆ ਹੋਇਆ, ਆਕਸੀਜਨ। ਬਲੂ ਦੇ ਵਿੱਚ ਕੀ ਘੁਲਿਆ ਹੋਇਆ, ਕਾਰਬਨ ਡਾਈਆਕਸਾਈਡ। ਠੀਕ ਹੈ, ਇਹ ਦੋਨੇ ਚੀਜ਼ਾਂ ਨੇ ਜਿਹੜੀਆਂ ਘੁਲੀਆਂ ਹੁੰਦੀਆਂ ਨੇ। ਦੇਖੋ ਕੀ ਚੀਜ਼ਾਂ ਹੁੰਦੀਆਂ ਨੇ ਆਪਣੇ ਕੋਲੇ, ਫੇਫੜਾ, ਇਹ ਫੇਫੜਿਆਂ ਤੋਂ ਆਈਆਂ ਨੇ ਨਾ, ਫੇਫੜਾ ਧਮਨੀਆਂ, ਫੇਫੜਾ ਸ਼ਰਾਵਾਂ, ਫਿਰ ਆਪਣੇ ਕੋਲੇ ਖੱਬਾ ਆਰਕੀਕਲ, ਫਿਰ ਆਪਣੇ ਕੋਲੇ ਖੱਬਾ ਵੈਂਟਰੀਕਲ ਆ ਜਾਂਦਾ। ਠੀਕ ਹੈ, ਇਹ ਕੀ ਇਹਨਾਂ ਦੇ ਵਿਚਕਾਰ ਦੀਵਾਰ ਬਣੀ ਹੋਈ ਹੈ ਤਾਂ ਜੋ ਦੋਨੇ ਜਿਹੜੇ ਬਲੱਡ ਨੇ ਮਿਕਸ ਨਾ ਹੋ ਜਾਣ। ਫਿਰ ਸੱਜਾ ਵੈਂਟਰੀਕਲ, ਠੀਕ ਹੈ, ਫਿਰ ਸੱਜਾ ਆਰਟਰੀਕਲ। ਠੀਕ ਹੈ, ਫਿਰ ਕੀ ਆਪਣੇ ਜਿਹੜਾ ਬਲੱਡ ਹੈ ਬਾਹਰ ਚਲਾ ਜਾਂਦਾ ਉਤਲੇ ਸਰੀਰ ਜਾਂ ਮਹਾਸਿਰੇ ਤੋਂ ਜਿਹੜਾ ਆ ਰਿਹਾ ਹੈਗਾ। ਠੀਕ ਹੈ, ਫਿਲਟਰ ਹੋ ਕੇ ਵਾਪਸ ਇਹ ਫਿਰ ਇੱਧਰ ਆ ਜਾਂਦਾ। ਇਸ ਤਰ੍ਹਾਂ 2 ਵਾਰੀ ਇਹ ਸਰਕਲ ਜਿਹੜਾ ਚੱਲਦਾ ਆਪਣੀ ਬੋਡੀ ਦੇ ਵਿੱਚ, ਜਿਹਨੂੰ ਆਪਾਂ ਦੋਹਰੀ ਗੇੜ ਪ੍ਰਣਾਲੀ ਕਹਿੰਦੇ ਹਾਂ। ਠੀਕ ਹੈ, ਜਿਹਦੇ ਵਿੱਚ ਖੂਨ ਆ ਜਿਹੜਾ ਪਿਓਰ ਹੋ ਜਾਂਦਾ ਹੈਗਾ। ਹੁਣ ਆਪਾਂ ਇਹਦੀ ਫੰਕਸ਼ਨਿੰਗ ਹੈ ਜਿਹੜੀ ਡਿਟੇਲ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਨਾਲ ਹੁੰਦਾ ਹੈ। ਦੇਖੋ ਕਹਿੰਦੇ ਆਕਸੀਜਨ ਯੁਕਤ ਲਹੂ ਫੇਫੜਿਆਂ ਤੋਂ ਦਿਲ ਦੇ ਪਤਲੀਆਂ ਕੰਧਾਂ ਵਾਲੇ ਖੱਬੇ ਖਾਨੇ ਭਾਵ ਖੱਬੇ ਆਰਕੀਕਲ ਵਿੱਚ ਜਾਂਦਾ ਹੈ। ਦੇਖੋ ਪਹਿਲਾਂ ਕਿੱਥੇ ਜਾਂਦਾ ਹੈ, ਖੱਬੇ ਅਰਟਰੀ ਦੇ ਵਿੱਚ, ਖੱਬੀ ਅਰਟਰੀ ਦੇ ਵਿੱਚ ਜਾਂਦਾ ਖੂਨ। ਫਿਰ ਕਿਹਦੇ ਵਿੱਚ ਜਾਂਦਾ, ਖੱਬੇ ਵੈਂਟਰੀਕਲ ਦੇ ਵਿੱਚ ਜਾਂਦਾ। ਠੀਕ ਹੈ, ਇਹੀ ਲਿਖਿਆ
कि ਇਹ ਲਹੂ ਇਕੱਠਾ ਕਰਨ ਸਮੇਂ ਖੱਬਾ ਆਰਟੀਕਲ ਸਥਿਰ ਰਹਿੰਦਾ ਹੈ, ਫਿਰ ਇਹ ਸੁੰਗੜਦਾ ਹੈ ਤਾਂ ਅਗਲਾ ਖਾਨਾ ਜਾਂ ਖੱਬਾ ਵੈਂਟਰੀਕਲ ਸੁੰਗੜਦਾ ਹੈ ਤਾਂ ਲਹੂ ਸਰੀਰ ਵਿੱਚ ਪੰਪ ਹੋ ਜਾਂਦਾ ਹੈ। ਪਹਿਲਾਂ ਕਿਹਦੇ ਵਿੱਚ ਜਾਂਦਾ ਹੈ? ਖੱਬੇ ਆਰਟਰੀਕਲ ਦੇ ਵਿੱਚ ਜਾਂਦਾ ਹੈ, ਠੀਕ ਹੈ, ਉੱਥੇ ਰਹਿੰਦਾ ਹੈ। ਫਿਰ ਉਹ ਕੀ ਸੁੰਗੜ ਜਾਂਦਾ, ਸੁੰਗੜ ਕੇ ਕੀ ਹੋ ਜਾਂਦਾ, ਅਗਲੇ ਖਾਨੇ ਦੇ ਵਿੱਚ ਖੂਨ ਚਲਾ ਜਾਂਦਾ ਹੈ। ਅਗਲਾ ਖਾਨਾ ਕਿਹੜਾ ਹੈ? ਖੱਬਾ ਵੈਂਟਰੀਕਲ ਹੈ, ਠੀਕ ਹੈ, ਉਹਦੇ ਵਿੱਚ ਜਾਂਦਾ ਹੈ। ਉਸ ਤੋਂ ਕੀ ਜਾਂਦਾ ਹੈ? ਸਾਰੇ ਸਰੀਰ ਦੇ ਵਿੱਚ ਜਾਂਦਾ ਹੈ, ਠੀਕ ਹੈ ਜੀ। ਪਹਿਲਾਂ ਇੱਧਰੋਂ ਖੂਨ ਆਇਆ, ਇਸ ਤਰ੍ਹਾਂ ਨਾਲ 4 ਖਾਨੇ ਹੈ। ਪਹਿਲਾਂ ਇੱਧਰ ਖੂਨ ਆਇਆ, ਜਦੋਂ ਇਹ ਸੁੰਗੜਿਆ ਕੀ ਆਇਆ? ਇੱਥੇ ਆਇਆ, ਫਿਰ ਕੀ ਹੈ? ਬੋਡੀ ਦੇ ਵਿੱਚ ਚਲਾ ਗਿਆ। ਫਿਰ ਕੀ ਹੈ? ਉੱਪਰ ਵਾਲਾ ਸੱਜਾ ਖਾਨਾ ਭਾਵ ਸੱਜਾ ਆਰਟੀਕਲ ਜਦੋਂ ਫੈਲਦਾ ਤਾਂ ਸਰੀਰ ਤੋਂ ਆਕਸੀਜਨ ਰਹਿਤ ਲਹੂ ਇਸ ਵਿੱਚ ਆ ਜਾਂਦਾ ਹੈ। ਜਿਵੇਂ ਕਿ ਸੱਜਾ ਆਰਟੀਕਲ ਸੁੰਗੜਦਾ ਹੈ ਤਾਂ ਹੇਠਾਂ ਵਾਲਾ ਸੰਗਤ ਖਾਨਾ ਭਾਵ ਸੱਜਾ ਵੈਂਟਰੀਕਲ ਫੈਲ ਜਾਂਦਾ ਹੈ। ਇਸ ਤਰ੍ਹਾਂ ਲਹੂ ਸੱਜੇ ਵੈਂਟਰੀਕਲ ਵਿੱਚ ਚਲਿਆ ਜਾਂਦਾ ਹੈ। ਸੱਜਾ ਵੈਂਟਰੀਕਲ ਆਪਣੀ ਵਾਰੀ ਅਨੁਸਾਰ ਲਹੂ ਨੂੰ ਆਕਸੀਜਨ ਲੈਣ ਲਈ ਫਿਰ ਫੇਫੜਿਆਂ ਵਿੱਚ ਪੰਪ ਕਰ ਦਿੰਦਾ ਹੈ। ਕੀ ਹੁੰਦਾ ਹੈ ਕਿ ਪਹਿਲਾਂ ਇਸ ਤਰ੍ਹਾਂ ਸੀ, ਠੀਕ ਹੈ, ਪਹਿਲਾਂ ਖੂਨ ਕੀ ਇੱਥੇ ਆਉਂਦਾ ਹੈ, ਖੱਬੇ ਆਰਟਰੀ ਕੋਲ ਆਉਂਦਾ ਹੈ, ਫਿਰ ਕਿਹਦੇ ਕੋਲ ਆਉਂਦਾ? ਖੱਬੇ ਵੈਂਟਰੀਕਲ ਕੋਲ, ਫਿਰ ਬੋਡੀ ਦੇ ਵਿੱਚ ਚਲਾ ਜਾਂਦਾ ਹੈ। ਬੋਡੀ ਤੋਂ ਕੀ ਹੈ? ਇਹਦੇ ਵਿੱਚ ਆਉਂਦਾ ਹੈ, ਫਿਰ ਇਸ ਦੇ ਵਿੱਚ ਆਉਂਦਾ ਹੈ, ਫਿਰ ਕੀ ਹੈ? ਫੇਫੜਿਆਂ ਦੇ ਕੋਲ ਚਲਾ ਜਾਂਦਾ ਹੈ। ਫੇਫੜਿਆਂ ਤੋਂ ਵਾਪਸ ਕੀ ਹੈ? ਇੱਧਰ ਆਉਂਦਾ ਹੈ। ਇਸ ਤਰ੍ਹਾਂ 2 ਵਾਰੀ ਕੀ ਹੈ? ਸਰਕਲ ਹੁੰਦਾ ਖੂਨ ਦਾ, ਜਿਸ ਨੂੰ ਆਪਾਂ ਦੋਹਰੀ ਗਿਰ ਪ੍ਰਣਾਲੀ ਕਹਿੰਦੇ ਹਾਂ। ਦੇਖੋ ਇਹਦੇ ਵਿੱਚ ਦੁਬਾਰਾ ਤੋਂ ਆਪਾਂ ਦੇਖ ਸਕਦੇ ਹਾਂ ਕਿ ਕਿੱਥੇ ਆਇਆ, ਪਹਿਲਾਂ ਇਹਦੇ ਵਿੱਚ ਆਇਆ, ਠੀਕ ਹੈ, ਖੱਬੇ ਆਰਟਰੀਕਲ ਕੋਲੇ, ਫਿਰ ਕਿਹਦੇ ਕੋਲ ਆਇਆ? ਜਦੋਂ ਇਹ ਸੁੰਗੜ ਗਿਆ ਕੀ ਹੈ? ਫੈਲ ਜੂਗਾ, ਫਿਰ ਇਹਦੇ ਕੋਲ ਜਾਊਗਾ, ਖੱਬੇ ਵੈਂਟਰੀਕਲ ਦੇ ਕੋਲ। ਇੱਥੋਂ ਕੀ ਚਲਾ ਜਾਊ? ਫਿਰ ਬੋਡੀ ਦੇ ਵਿੱਚ ਚਲਾ ਜਾਊਗਾ, ਠੀਕ ਹੈ। ਬੋਡੀ ਤੋਂ ਇਕੱਠਾ ਹੋ ਕੇ ਕਿਹਦੇ ਕੋਲ ਆਊਗਾ? ਸੱਜੇ ਆਰਟੀਕਲ ਕੋਲ ਆਊਗਾ, ਫਿਰ ਵੈਂਟਰੀਕਲ ਕੋਲੇ ਜਾਊਗਾ, ਫਿਰ ਵਾਪਸ ਕਿਹਦੇ ਕੋਲ ਜਾਊਗਾ? ਫੇਫੜਿਆਂ ਦੇ ਕੋਲ। ਫੇਫੜਿਆਂ ਦੇ ਕੋਲੋਂ ਫਿਰ ਆਕਸੀਜਨ ਲੈ ਕੇ ਇਸ ਤਰ੍ਹਾਂ ਇਹ ਸਰਕਲ ਹੈ ਜਿਹੜਾ ਇਸ ਤਰ੍ਹਾਂ ਨਾਲ ਹੀ ਚੱਲਦਾ ਰਹੂਗਾ, ਠੀਕ ਹੈ। ਇਹਦੇ ਵਿੱਚੋਂ ਖੂਨ ਕੀ ਐਂਟਰ ਕਰਦਾ ਹੈ, ਇਹਦੇ ਵਿੱਚੋਂ ਖੂਨ ਕੀ ਹੈ? ਲੀਵ ਕਰਦਾ ਹੈ, ਠੀਕ ਹੈ ਜੀ। ਦੇਖੋ ਕਿਉਂਕਿ ਵੈਂਟਰੀਕਲ ਨੇ ਪੂਰੇ ਸਰੀਰ ਵਿੱਚ ਲਹੂ ਭੇਜਣਾ ਹੁੰਦਾ ਹੈ, ਇਸ ਲਈ ਆਰਟੀਕਲ ਦੇ ਟਾਕਰੇ ਵਿੱਚ ਪੇਸ਼ੀਦਾਰ ਵੈਂਟਰੀਕਲ ਦੀਆਂ ਕੰਧਾਂ ਮੋਟੀਆਂ ਹੁੰਦੀਆਂ ਹਨ। ਕਿਉਂਕਿ ਵੈਂਟਰੀਕਲ ਦਾ ਕੀ ਕੰਮ ਹੈ ਕਿ ਇਹਨੇ ਸਾਰੇ ਸਰੀਰ ਤੱਕ ਖੂਨ ਨੂੰ ਪਹੁੰਚਾਉਣਾ ਗਾ, ਇਸ ਕਰਕੇ ਇਹਦੀਆਂ ਕੰਧਾਂ ਕੀ ਹੁੰਦੀਆਂ ਨੇ? ਮੋਟੀਆਂ ਹੁੰਦੀਆਂ ਨੇ। ਜਦੋਂ ਆਰਟੀਕਲ ਅਤੇ ਵੈਂਟਰੀਕਲ ਸੁੰਗੜਦੇ ਹਨ ਤਾਂ ਬਾਲਬ ਲਹੂ ਦੇ ਪ੍ਰਭਾਵ ਨੂੰ ਉਲਟੀ ਦਿਸ਼ਾ ਵਿੱਚ ਵਹਿਣ ਤੋਂ ਰੋਕਣਾ ਯਕੀਨੀ ਬਣਾਉਂਦੇ ਹਨ ਕਿ ਜਦੋਂ ਇਹ ਫੈਲਦੇ ਨੇ, ਸੁੰਗੜਦੇ ਨੇ, ਜਿਸ ਤਰ੍ਹਾਂ ਕਿ ਉੱਪਰੋਂ ਜਿਹੜਾ ਖੂਨ ਇਹਦੇ ਵਿੱਚ ਆਇਆ, ਜਦੋਂ ਇਹ ਸੁੰਗੜੂਗਾ ਤਾਂ ਇਹ ਨਹੀਂ ਹੈਗਾ ਕਿ ਖੂਨ ਵਾਪਸ ਜਾਊਗਾ, ਉਲਟਾ ਦਿਸ਼ਾ ਦੇ ਵਿੱਚ ਨਹੀਂ ਜਾਂਦਾ, ਖੂਨ ਕੀ ਨੀਚੇ ਵਾਲੇ ਖਾਨੇ ਦੇ ਵਿੱਚ ਆ ਜਾਊਗਾ, ਠੀਕ ਹੈ। ਫੇਫੜਿਆਂ ਅੰਦਰ ਆਕਸੀਜਨ ਲਹੂ ਵਿੱਚ ਪ੍ਰਵੇਸ਼ ਕਰਦੀ ਹੈ। ਫੇਫੜਿਆਂ ਦੇ ਵਿੱਚ ਕੀ ਹੈ? ਆਕਸੀਜਨ ਹੈ ਜਿਹੜੀ ਲਹੂ ਦੇ ਨਾਲ ਮਿਲ ਜਾਂਦੀ ਹੈ, ਠੀਕ ਹੈ। ਲਹੂ ਦੇ ਵਿੱਚ ਕਿਹੜੀ ਚੀਜ਼ ਨਾਲ ਮਿਲਦੀ ਹੈ? ਹੀਮੋਗਲੋਬਿਨ ਦੇ ਨਾਲ। ਦਿਲ ਦੀ ਸੱਜੇ ਅਤੇ ਖੱਬੇ ਭਾਗ ਵਿੱਚ ਵੰਡ ਆਕਸੀਜਨ ਯੁਕਤ ਲਹੂ ਅਤੇ ਆਕਸੀਜਨ ਰਹਿਤ ਲਹੂ ਨੂੰ ਆਪਸ ਵਿੱਚ ਮਿਲਣ ਤੋਂ ਰੋਕਦੀ ਹੈ। ਐਂ ਦੇਖਿਆ ਨਾ ਆਪਾਂ ਨੇ ਕਿਸ ਤਰ੍ਹਾਂ ਮੁੱਠੀ ਬਣੀ ਹੋਈ ਹੈ, 4 ਚੈਂਬਰ ਨੇ। ਇਸ ਸਾਈਡ ਤੇ ਕੀ ਹੈ? ਰੈੱਡ ਬਲੱਡ ਹੈ, ਯਾਨੀ ਕਿ ਆਕਸੀਜਨ ਵਾਲਾ। ਇਸ ਸਾਈਡ ਤੇ ਕੀ ਹੈ? ਕਾਰਬਨ ਡਾਈਆਕਸਾਈਡ ਵਾਲਾ। ਇਸ ਤਰ੍ਹਾਂ ਵੰਡ ਕੀਤੀ ਹੋਈ ਹੈ ਜਿਹਦੇ ਕਰਕੇ ਆਕਸੀਜਨ ਦੀ ਪੂਰਤੀ ਵੀ ਹੁੰਦੀ ਰਹਿੰਦੀ ਹੈ, ਠੀਕ ਹੈ। ਕਾਰਬਨ ਡਾਈਆਕਸਾਈਡ ਵੀ ਜਿਹੜੀ ਬਾਹਰ ਹੈ ਨਿਕਲਦੀ ਰਹਿੰਦੀ ਹੈ। ਆਪਣੇ ਵਿੱਚ 4 ਚੈਂਬਰ ਵਾਲਾ ਹਾਰਟ ਹੈ। ਕਈ ਪੰਛੀ ਜਾਂ ਜੀਵ ਜੰਤੂਆਂ ਦੇ ਵਿੱਚ ਜਿਨ੍ਹਾਂ ਨੂੰ ਊਰਜਾ ਦੀ ਲੋੜ ਜ਼ਿਆਦਾ ਹੁੰਦੀ ਹੈ, ਉਹਨਾਂ ਦੇ ਵਿੱਚ ਜਿਹੜਾ ਲਹੂ ਹੈ ਉਹਦਾ ਪਰਿਵਹਨ ਕੀ ਹੈ? ਵੱਖਰੇ ਤਰੀਕੇ ਨਾਲ ਹੁੰਦਾ, ਠੀਕ ਹੈ। ਦੇਖੋ ਕਹਿੰਦੇ ਬਹੁਤ ਲਾਭਦਾਇਕ ਹੈ ਕਿਉਂਕਿ ਉਹਨਾਂ ਨੂੰ ਆਪਣੇ ਸਰੀਰ ਦਾ ਤਾਪਮਾਨ ਬਣਾਈ ਰੱਖਣ ਲਈ ਲਗਾਤਾਰ ਊਰਜਾ ਦੀ ਜ਼ਰੂਰਤ ਹੁੰਦੀ ਹੈ। ਉਹ ਜੰਤੂ ਜਿਨ੍ਹਾਂ ਨੇ ਇਸ ਕਾਰਜ ਲਈ ਊਰਜਾ ਦਾ ਉਪਯੋਗ ਨਹੀਂ ਕਰਨਾ ਹੁੰਦਾ, ਉਹਨਾਂ ਦੇ ਸਰੀਰ ਦਾ ਤਾਪਮਾਨ ਵਾਤਾਵਰਣ ਦੇ ਤਾਪਮਾਨ ਉੱਪਰ ਨਿਰਭਰ ਕਰਦਾ ਹੈ, ਜਿਨ੍ਹਾਂ ਨੂੰ ਘੱਟ ਜਿਹੜੀ ਊਰਜਾ ਜ਼ਰੂਰਤ ਹੈ। ਅਜਿਹੇ ਜੰਤੂ ਜਿਵੇਂ ਕਿ ਜਲਥਲੀ ਜੰਤੂ, ਬਹੁਤ ਰਿੰਗਣ ਵਾਲੇ ਜੰਤੂ ਜਿਨ੍ਹਾਂ ਦੇ ਵਿੱਚ ਕੀ ਹੈ? 3 ਖਾਨਿਆਂ ਵਾਲਾ ਦਿਲ ਹੁੰਦਾ ਹੈ। ਦੇਖੋ ਆਪਾਂ ਨੂੰ ਊਰਜਾ ਦੀ ਜਿਹੜੀ ਜ਼ਿਆਦਾ ਜ਼ਰੂਰਤ ਹੁੰਦੀ ਹੈ, ਇਸ ਕਰਕੇ ਆਪਣੇ ਕੋਲੇ 4 ਖਾਨੇ ਵਾਲਾ ਹੁੰਦਾ ਹੈਗਾ, ਠੀਕ ਹੈ। ਜਿਨ੍ਹਾਂ ਨੂੰ ਕੀ ਆਕਸੀਜਨ ਦੀ ਜ਼ਰੂਰਤ ਨਹੀਂ ਹੁੰਦੀ, ਦੇਖੋ ਜਿਨ੍ਹਾਂ ਨੂੰ ਘੱਟ ਊਰਜਾ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਵਿੱਚ ਕੀ ਸਿਰਫ 3 ਖਾਨਿਆਂ ਵਾਲਾ ਹੀ ਦਿਲ ਹੁੰਦਾ ਹੈ। ਜਿਸ ਤਰ੍ਹਾਂ ਕਿ ਆਪਾਂ ਦੇਖ ਸਕਦੇ ਹਾਂ ਕਿ ਨੇ 3 ਖਾਨੇ ਬਣੇ ਹੋਏ ਆ, ਇੱਕ ਇਹ ਵਾਲਾ ਹੋ ਗਿਆ, ਇੱਕ ਇਹ ਵਾਲਾ ਹੋ ਗਿਆ ਅਤੇ ਇਹ ਵਾਲਾ ਹੋ ਗਿਆ। ਇਹਦੇ ਵਿੱਚ ਵੀ ਆਰਟੀਕਲ ਹੁੰਦਾ ਹੈ ਅਤੇ ਵੈਂਟਰੀਕਲਸ ਹੁੰਦੇ ਨੇ, ਠੀਕ ਹੈ। ਬੋਡੀ ਦੇ ਵਿੱਚ ਜਾਂਦਾ ਹੈ ਅਤੇ ਲੰਗਸ ਦੇ ਵਿੱਚ ਜਾਂਦਾ ਬਲੱਡ। ਇਸ ਤਰ੍ਹਾਂ ਨਾਲ ਇਹਦੇ ਵਿੱਚ ਵੀ ਹੁੰਦਾ
ਇਹਨਾਂ ਨੂੰ ਊਰਜਾ ਦੀ ਘੱਟ ਜ਼ਰੂਰਤ ਹੈ, ਇਸ ਕਰਕੇ ਇਹਦੇ ਵਿੱਚ ਸਿਰਫ 3 ਚੈਂਬਰ ਹੁੰਦੇ ਆ। ਠੀਕ ਹੈ, ਦੇਖੋ ਜਿਹੜੇ ਇਹ ਜੀਵ ਨੇ ਇਹ ਆਕਸੀਜਨ ਰਹਿਤ ਲਹੂ ਦੀ ਧਾਰਾ ਦਾ ਕੁਝ ਹੱਦ ਤੱਕ ਮਿਲਣਾ ਵੀ ਸਹਿਣ ਕਰ ਲੈਂਦੇ ਨੇ, ਕਿ ਇਹਦੇ ਵਿੱਚ ਜੇ ਖੂਨ ਮਿਕਸ ਵੀ ਹੋ ਗਿਆ ਜਿਵੇਂ ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਵਾਲਾ, ਤਾਂ ਵੀ ਇਹ ਕੀ ਹੈ ਸਹਿਣ ਕਰ ਲੈਣਗੇ। ਇੱਥੋਂ ਕੀ ਹੁੰਦਾ, ਲਹੂ ਹੈ ਜਿਹੜਾ ਗੰਜ ਨੂੰ ਭੇਜਿਆ ਜਾਂਦਾ ਹੈ ਜਿੱਥੇ ਇਹ ਆਕਸੀਜਨ ਸਥਿਤ ਹੁੰਦਾ ਹੈ ਅਤੇ ਸਿੱਧਾ ਹੀ ਸਰੀਰ ਵਿੱਚ ਭੇਜ ਦਿੱਤਾ ਜਾਂਦਾ ਹੈ। ਠੀਕ ਹੈ, ਕੀ ਹੈ ਡਾਇਰੈਕਟ ਆਕਸੀਜਨ ਵਾਲਾ ਲਹੂ ਸਾਰੇ ਸਰੀਰ ਦੇ ਵਿੱਚ ਚਲਾ ਜਾਂਦਾ ਹੈ। ਜਿਸ ਤਰ੍ਹਾਂ ਆਪਣੇ ਵਿੱਚ 2 ਚੱਕਰ ਹੁੰਦੇ ਆ, ਪਹਿਲੀ ਵਾਰੀ ਖੂਨ ਆਉਂਦਾ ਫਿਰ ਵਾਪਸ ਜਾਂਦਾ ਬੋਡੀ ਤੋਂ, ਫਿਰ ਆਉਂਦਾ ਹੈ। ਠੀਕ ਹੈ, ਤਾਂ ਇਹਦੇ ਵਿੱਚ ਸਿਰਫ ਜਿਹੜਾ ਇਹ ਚੱਕਰ ਹੈ ਇੱਕ ਵਾਰੀ ਹੀ ਹੁੰਦਾ। ਠੀਕ ਹੈ, ਰੀੜ੍ਹਧਾਰੀਆਂ ਵਿੱਚ ਜਾਣੀ ਕਿ ਆਪਣੇ ਵਿੱਚ 2 ਵਾਰ ਹੁੰਦਾ ਹੈ ਅਤੇ ਇਹਨਾਂ ਦੇ ਵਿੱਚ ਸਿਰਫ ਇੱਕ ਵਾਰ ਹੀ ਜਿਹੜਾ ਲਹੂ ਦਾ ਚੱਕਰ ਹੈ ਪੂਰਾ ਹੁੰਦਾ ਹੈਗਾ। ਠੀਕ ਹੈ, ਆਪਣੇ 'ਚ 2 ਵਾਰੀ, ਇਸ ਕਰਕੇ ਇਹਨੂੰ ਆਪਾਂ ਦੂਹਰਾ ਚੱਕਰ ਵੀ ਕਹਿੰਦੇ ਹਾਂ। ਨੈਕਸਟ ਆਪਣੇ ਕੋਲ ਆ ਗਿਆ ਬਲੱਡ ਪ੍ਰੈਸ਼ਰ, ਲਹੂ ਦਬਾਅ। ਆਪ ਕਹਿੰਦੇ ਕਿ ਆਪਣਾ BP ਵੱਧ ਗਿਆ ਜਾਂ BP ਘਟ ਗਿਆ। BP ਦਾ ਵਧਣਾ ਜਾਂ ਘਟਣਾ ਕੀ ਹੈ, ਆਪਣੇ ਬਲੱਡ ਦਾ ਪ੍ਰੈਸ਼ਰ ਹੀ ਹੈ, ਲਹੂ ਦਾ ਪ੍ਰੈਸ਼ਰ ਹੀ ਹੈ। ਜਦੋਂ ਲਹੂ ਦਾ ਵਹਾਅ ਬਹੁਤ ਤੇਜ਼ ਹੋ ਜਾਂਦਾ ਹੈ, ਠੀਕ ਹੈ, ਆਪਣੀ ਹਾਰਟ ਬੀਟ ਵੱਧ ਜਾਂਦੀ ਹੈ, ਤਾਂ ਆਪਾਂ ਕਹਿੰਦੇ ਹਾਂ ਕਿ BP ਹਾਈ ਹੋ ਗਿਆ। ਅਗਰ ਲਹੂ ਦਾ ਦਬਾਅ ਜਿਹੜਾ ਘਟ ਜੇ ਤਾਂ ਆਪਾਂ ਕਹਿੰਦੇ ਹਾਂ ਕਿ BP ਲੋ ਹੋ ਗਿਆ। ਠੀਕ ਹੈ, ਦੇਖੋ ਲਹੂ ਜੋ ਵਹਿਣੇ ਦੀ ਦਰ ਦੇ ਵਿਰੁੱਧ ਜੋ ਵੱਲ ਲਗਾਉਂਦਾ ਹੈ ਉਸ ਨੂੰ ਕੀ ਕਹਿੰਦੇ ਆਪਾਂ ਲਹੂ ਦਾ ਦਬਾਅ ਕਹਿੰਦੇ ਹਾਂ। ਦੇਖੋ ਆਪਾਂ BP ਮਾਪਦੇ ਕਿਵੇਂ ਆ, ਇਸ ਤਰ੍ਹਾਂ ਨਾਲ, ਹੈ ਨਾ, ਕਿ ਆਪਣੀ ਬਾਂਹ ਦੇ ਉੱਪਰ ਇਹ BP ਮਾਪਣ ਵਾਲਾ ਜਿਹੜਾ ਯੰਤਰ ਲਗਾ ਦਿੱਤਾ ਜਾਂਦਾ ਹੈ। ਠੀਕ ਹੈ, ਅਤੇ ਆਪਾਂ ਸਟੈਥੋਸਕੋਪ ਦੇ ਨਾਲ ਜਿਹੜਾ ਹੈਗਾ ਡਾਕਟਰ ਮੈਜ਼ਰ ਕਰਦਾ ਕਿ ਕਿੰਨਾ ਕੁ BP ਹੈ। ਦੇਖੋ ਇਹ ਨਾੜ ਸੀ ਆਪਣੀ, ਕਿਸ ਤਰ੍ਹਾਂ ਇਹ ਪ੍ਰੋਸੈਸ ਹੁੰਦੀ ਹੈ, ਨਾੜ ਦੇ ਵਿੱਚੋਂ ਦੀ ਖੂਨ ਦੇਖੋ ਲਗਾਤਾਰ ਵਹਿ ਰਿਹਾ। ਆਪਾਂ ਨੇ ਕੀ ਕਰਤਾ, ਪ੍ਰੈਸ਼ਰ ਪਾ ਕੇ ਨਾੜ ਨੂੰ ਦਬਾਤਾ। ਹੁਣ ਖੂਨ ਕੀ ਕਰੂਗਾ, ਕਿਉਂਕਿ ਇਹਦੇ ਕੋਲ ਵੀ ਪ੍ਰੈਸ਼ਰ ਹੈ, ਇਹ ਪੂਰਾ ਪ੍ਰੈਸ਼ਰ ਪਾ ਕੇ ਇੱਥੋਂ ਦੀ ਲੰਘਣ ਦੀ ਕੋਸ਼ਿਸ਼ ਕਰੂਗਾ। ਠੀਕ ਹੈ, ਤਾਂ ਜਿੰਨਾ ਪ੍ਰੈਸ਼ਰ ਜਿਹੜਾ ਲਹੂ ਹੈ ਪਾਊਗਾ ਲੰਘਣ ਵਾਸਤੇ, ਉਹੀ ਕੀ ਹੋਊਗਾ ਆਪਣਾ BP ਹੋਊਗਾ। ਉਸੇ ਤੋਂ ਪਤਾ ਲੱਗਦਾ ਕਿ ਆਪਣਾ BP ਕਿੰਨਾ ਹੈ। ਠੀਕ ਹੈ, ਜਿਹੜੀ ਆਪਣੀ BP ਦੀ ਨੋਰਮਲ ਰੇਂਜ ਹੁੰਦੀ ਹੈ ਉਹ ਹੁੰਦੀ ਹੈ 120 ਅਤੇ 80 ਦੇ ਵਿਚਕਾਰ। ਲੋਅਰ ਜਿਹੜਾ BP ਉਹ 80 ਤੱਕ ਹੋ ਸਕਦਾ, ਹਾਈ ਹੈ ਜਿਹੜਾ 120 ਤੱਕ ਹੋ ਸਕਦਾ। ਠੀਕ ਹੈ, ਇਹ ਨੋਰਮਲ ਰੇਂਜ ਹੈ। ਦੇਖੋ ਪਤਾ ਕਿਵੇਂ ਲੱਗਦਾ BP ਦਾ, ਤੁਸੀਂ ਪ੍ਰੋਸੈਸ ਸਮਝ ਗਏ ਹੋਣੇ ਕਿ ਖੂਨ ਆ ਜਿਹੜਾ ਲਗਾਤਾਰ ਵਹਿ ਰਿਹਾ ਸੀਗਾ, ਆਪਾਂ ਨੇ ਕੀ ਕਰਤਾ ਉਹਨੂੰ ਰੋਕਤਾ। ਜਦੋਂ ਉਹ ਧੱਕੇ ਨਾਲ ਖੂਨ ਲੰਘਣ ਦੀ ਕੋਸ਼ਿਸ਼ ਕਰੂਗਾ ਤਾਂ ਕਿੰਨੇ ਹਾਈ ਪ੍ਰੈਸ਼ਰ ਦੇ ਨਾਲ ਉਹ ਲੰਘੂਗਾ, ਉਹੀ ਕੀ ਹੁੰਦਾ ਆਪਣਾ BP ਹੁੰਦਾ। ਠੀਕ ਹੈ, ਦੇਖੋ ਇਹ ਦਬਾਅ ਸ਼ਿਰਾਵਾਂ ਦੇ ਟਾਕਰੇ ਵਿੱਚ ਧਮਨੀਆਂ ਵਿੱਚ ਬਹੁਤ ਵੱਧ ਹੁੰਦਾ ਹੈ। ਧਮਨੀ ਦੇ ਸੁੰਗੜਨ ਸਮੇਂ ਦਾ ਦਬਾਅ ਸਿਸਟੋਲਿਕ ਦਬਾਅ ਅਖਵਾਉਂਦਾ ਹੈ। ਜਦੋਂ ਸੁੰਗੜ ਜਾਂਦੀ ਹੈ ਆਪਾਂ ਦਬਾਅ ਪਾ ਦਿੰਦੇ ਹਾਂ, ਅਤੇ ਉਹ ਕੀ ਹੁੰਦਾ ਸਿਸਟੋਲਿਕ ਦਬਾਅ। ਅਤੇ ਧਮਨੀ ਦੇ ਸਥਿਰ ਹੋਣ ਸਮੇਂ ਧਮਨੀ ਦੇ ਅੰਦਰ ਲਹੂ ਦਾ ਦਬਾਅ ਡਾਇਓਸਟਿਕ ਦਬਾਅ ਹੁੰਦਾ ਹੈ। ਠੀਕ ਹੈ, ਜਦੋਂ ਦਬਾਅ ਸਥਿਰ ਹੋ ਗਿਆ, ਹੌਲੀ ਹੌਲੀ ਜਿਹੜਾ ਖੂਨ ਦਾ ਵਹਾਅ ਸ਼ੁਰੂ ਹੋ ਗਿਆ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਡਾਇਓਸਟੋਲਿਕ ਦਬਾਅ। ਨੈਕਸਟ ਆਪਣੇ ਕੋਲ ਰੇਂਜ ਆ ਗਈ, ਕਿਹਦੇ ਵਿੱਚ ਹੁੰਦੀ ਹੈ 120 mm। ਇਹਦੇ ਵਿੱਚ ਕੀ ਪਾਈ ਹੁੰਦੀ ਹੈ ਥਰਮਾਮੀਟਰ ਦੇ ਵਿੱਚ, ਮਰਕਰੀ। ਉਹਦੇ 'ਤੇ ਹੀ ਆਪਾਂ ਦੇਖਦੇ ਹਾਂ ਮਰਕਰੀ ਕੀ ਹੁੰਦੀ ਹੈ, ਪਾਰਾ। ਉਹਦੇ ਅਕੋਰਡਿੰਗ ਹੀ ਆਪਾਂ ਦੇਖਦੇ ਹਾਂ ਕਿ ਉਹ ਕਿੱਥੇ ਜਾ ਕੇ ਖੜੀ ਹੈ। 120 mm ਅਤੇ ਆਪਣੇ ਕੋਲ 80 mm ਦੇ ਵਿੱਚ ਵਿਚਾਲੇ ਕੀ ਹੈ ਨੋਰਮਲ ਰੇਂਜ ਹੁੰਦੀ ਹੈ। ਲਹੂ ਦਾ ਦਬਾਅ ਸਫਾਈਨੋਗਮੈਨੋਮੀਟਰ ਦੇ ਨਾਲ ਜਿਹੜਾ ਯੰਤਰ ਉਹਦੇ ਨਾਲ ਕੀ ਹੈ ਮਾਪਿਆ ਜਾਂਦਾ ਹੈ। ਠੀਕ ਹੈ, ਇਹ ਯੰਤਰ ਦਾ ਨਾਮ ਯਾਦ ਰੱਖਿਓ। ਜਿਹੜਾ ਹਾਈ BP ਆਪਣਾ 120 ਤੱਕ, ਉਹਨੂੰ ਆਪਾਂ ਕਹਿੰਦੇ ਹਾਂ ਸਿਸਟੋਲਿਕ, ਅਤੇ ਜਿਹੜਾ ਲੋਅਰ ਹੈ ਉਹਨੂੰ ਕਹਿੰਦੇ ਹਾਂ ਡਾਇਸਟੋਲਿਕ। ਠੀਕ ਹੈ ਜੀ, ਨੈਕਸਟ ਆਪਣੇ ਕੋਲ ਹੈਗੀਆਂ ਨੇ ਲਹੂ ਵਹਿਣੀਆਂ। ਲਹੂ ਵਹਿਣੀਆਂ ਕਿੰਨੇ ਜਿਹੜੀਆਂ ਲਹੂ ਨੂੰ ਲੈ ਕੇ ਜਾਂਦੀਆਂ ਨੇ ਅਲੱਗ-ਅਲੱਗ ਸਰੀਰ ਦੇ ਅੰਗਾਂ ਤੱਕ। ਦੇਖੋ ਧਮਨੀ ਕੀ ਹੈ, ਲਹੂ ਵਹਿਣੀਆਂ ਜੋ ਲਹੂ ਨੂੰ ਦਿਲ ਤੋਂ ਸਰੀਰ ਦੇ ਭਿੰਨ-ਭਿੰਨ ਅੰਗਾਂ ਤੱਕ ਲੈ ਕੇ ਜਾਂਦੀ ਹੈ। ਲਹੂ ਦਿਲ ਵਿੱਚ ਉੱਚ ਦਬਾਅ ਅਧੀਨ ਨਿਕਲਦਾ ਹੈ, ਇਸ ਲਈ ਧਮਨੀ ਦੀਆਂ ਕੰਧਾਂ ਮੋਟੀਆਂ ਅਤੇ ਲਚਕੀਲੀਆਂ ਹੁੰਦੀਆਂ ਨੇ। ਕਿਉਂਕਿ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਨਾਲ ਲਹੂ ਆਉਂਦਾ ਹੈ, ਇਸ ਕਰਕੇ ਧਮਨੀਆਂ ਨੇ ਜਿਹੜੀਆਂ ਉਹਨਾਂ ਦੀ ਕੰਧਾਂ ਮੋਟੀਆਂ ਹੁੰਦੀਆਂ ਨੇ ਅਤੇ ਲਚਕੀਲੀਆਂ ਹੁੰਦੀਆਂ ਨੇ, ਤਾਂ ਜੋ ਉਹ ਇਸ ਦਬਾਅ ਨੂੰ ਸਹਿਣ ਕਰ ਸਕਣ। ਠੀਕ ਹੈ, ਇਹ ਧਮਨੀਆਂ ਜਿਹੜੀ ਕਿ ਧਮਨੀਆਂ ਦਾ ਕੀ ਕੰਮ ਹੈ, ਸਰੀਰ ਦੇ ਸਾਰੇ ਅੰਗਾਂ ਤੱਕ ਲੈ ਕੇ ਜਾਣਾ ਖੂਨ ਨੂੰ। ਦੇਖੋ ਇਸ ਤਰ੍ਹਾਂ ਬਣੀਆਂ ਹੁੰਦੀਆਂ ਨੇ। ਇਹ ਆਪਣੀਆਂ ਫੇਫੜਿਆਂ ਦੀਆਂ ਕੋਸ਼ਿਕਾਵਾਂ ਨੇ। ਇਹ ਫੇਫੜਾ ਤੋਂ ਫੇਫੜਾ ਸਿਰਾ ਆ ਰਹੀ ਹੈ। ਠੀਕ ਹੈ, ਇਹ ਕੀ ਹਾਰਟ ਦੇ ਵਿੱਚ ਗਈ, ਇੱਥੋਂ ਖੂਨ ਲੈ ਕੇ ਸਰੀਰ ਤੋਂ ਮਹਾਸਿਰਾ ਤੱਕ ਗਈ। ਠੀਕ ਹੈ, ਫੇਫੜਿਆਂ ਤੋਂ ਬਿਨਾਂ ਸਰੀਰ ਦੇ ਅੰਗਾਂ ਵਿੱਚ ਕੇਸ਼ਕਾਵਾਂ, ਫੇਫੜਿਆਂ ਤੋਂ ਬਿਨਾਂ ਜਿਹੜੀਆਂ ਕੋਸ਼ਿਕਾਵਾਂ ਨੇ ਉਹ ਹੋ ਗਈਆਂ। ਇਸ ਤਰ੍ਹਾਂ ਜਿਹੜਾ ਖੂਨ ਦਾ ਇਹ ਸਰਕਲ ਹੈ ਚੱਲਦਾ ਰਹਿੰਦਾ ਸਾਰਾ। ਸ਼ਿਰਾਵਾਂ ਦਾ ਕੀ ਕੰਮ ਹੁੰਦਾ ਹੈ, ਧਮਨੀਆਂ ਦਾ ਕੀ ਕੰਮ ਹੈ ਕਿ ਸਰੀਰ ਦੇ ਸਾਰੇ ਅੰਗਾਂ ਤੱਕ ਖੂਨ ਨੂੰ ਲੈ ਕੇ ਜਾਣਾ। ਸ਼ਿਰਾਵਾਂ ਦਾ ਕੀ ਕੰਮ ਹੈ ਕਿ ਸਾਰੇ ਅੰਗਾਂ ਤੋਂ ਕਾਰਬਨ ਡਾਈਆਕਸਾਈਡ ਵਾਲਾ ਲੂਣ ਜਿਹੜਾ ਲਹੂ ਹੈ ਇਕੱਠਾ ਕਰਕੇ ਦਿਲ ਤੱਕ ਵਾਪਸ ਲੈ ਕੇ ਆਉਣਾ। ਠੀਕ ਹੈ,
ਸ਼ਿਰਾਵਾਂ ਤੇ ਧਮਨੀਆਂ ਦਾ ਕੰਮ ਹੈ ਜਿਹੜਾ ਵੱਖਰਾ ਵੱਖਰਾ ਗਾ। ਧਮਨੀਆਂ ਦਾ ਕੀ ਕੰਮ ਹੈ ਕਿ ਸਾਰੇ ਅੰਗਾਂ ਤੱਕ ਖੂਨ ਪਹੁੰਚਾਉਣਾ। ਸ਼ਿਰਾਵਾਂ ਦਾ ਕੀ ਕੰਮ ਹੈ ਸਾਰੇ ਅੰਗਾਂ ਤੋਂ ਕਾਰਬਨ ਡਾਈਆਕਸਾਈਡ ਵਾਲਾ ਖੂਨ ਇਕੱਠਾ ਕਰਕੇ ਦਿਲ ਤੱਕ ਲੈ ਕੇ ਆਉਣਾ। ਠੀਕ ਹੈ ਜੀ। ਦੇਖੋ ਇਹਨਾਂ ਨੂੰ ਕੀ ਹੈ ਮੋਟੀ ਦੀਵਾਰ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇਹਨਾਂ ਨੇ ਤਾਂ ਖੂਨ ਆਪਣੇ ਅਕੋਰਡਿੰਗ ਇਕੱਠਾ ਕਰਕੇ ਲੈ ਕੇ ਆਉਣਾ। ਠੀਕ ਹੈ। ਇਹਦੇ ਵਿੱਚ ਕੀ ਹੈ ਵਾਲਵ ਲੱਗੇ ਹੁੰਦੇ ਨੇ ਜਿਹੜਾ ਖੂਨ ਇਕੱਠਾ ਕਰਨ ਦੇ ਵਿੱਚ ਮਦਦ ਕਰਦੇ ਆ ਤੇ ਖੂਨ ਨੇ ਸਿਰਫ ਇੱਕੋ ਦਿਸ਼ਾ ਵਿੱਚ ਜਾਣਾ ਹੁੰਦਾ ਹੈ ਦਿਲ ਦੇ ਵੱਲ। ਦਿਲ ਤੋਂ ਦੇਖੋ ਅਲੱਗ-ਅਲੱਗ ਦਿਸ਼ਾਵਾਂ 'ਚ ਜਾਣਾ ਹੁੰਦਾ ਹੈ। ਇਸ ਕਰਕੇ ਧਮਨੀ ਦੀਆਂ ਕੰਧਾਂ ਨੇ ਜਿਹੜੀਆਂ ਮੋਟੀਆਂ ਹੁੰਦੀਆਂ ਨੇ। ਬਟ ਸ਼ਿਰਾਵਾਂ ਦੇ ਵਿੱਚ ਕੀ ਹੈ ਇੱਕੋ ਦਿਸ਼ਾ ਦੇ ਵਿੱਚ ਜਾਣਾ, ਸਿਰਫ ਦਿਲ ਦੇ ਵੱਲ ਜਾਣਾ। ਇਸ ਕਰਕੇ ਇਹਦੀਆਂ ਕੰਧਾਂ ਜਿਹੜੀ ਮੋਟੀ ਜ਼ਰੂਰਤ ਨਹੀਂ ਹੁੰਦੀ ਵੀ ਮੋਟੀਆਂ ਹੋਣ। ਦੇਖੋ ਇਸ ਤਰ੍ਹਾਂ ਆਪਣੇ ਹਾਰਟ ਦੇ ਵਿੱਚ ਵਾਲਵਸ ਲੱਗੇ ਹੋਏ ਨੇ। ਆਹ ਵਾਲੇ ਕਹਿ ਸਕਦੇ ਆਪਾਂ 4 ਵਾਲਵਸ ਨੇਗੇ। ਇਹਨਾਂ ਦਾ ਕੰਮ ਹੀ ਕੀ ਹੈ ਖੂਨ ਦੀ ਸਪਲਾਈ ਕਰਨਾ ਬੋਡੀ ਤੱਕ ਤੇ ਬੋਡੀ ਤੋਂ ਵਾਪਸ। ਕਿਸੇ ਅੰਗ ਜਾਂ ਟਿਸ਼ੂ ਤੱਕ ਪਹੁੰਚ ਕੇ ਧਮਨੀਆਂ ਅੱਗੇ ਬਰੀਕ ਬਰੀਕ ਵਹਿਣੀਆਂ ਵਿੱਚ ਵੰਡ ਜਾਂਦੀ ਹੈ ਜਿਸ ਨਾਲ ਸਾਰੇ ਸੈੱਲਾਂ ਨਾਲ ਲਹੂ ਦਾ ਸਿੱਧਾ ਸੰਪਰਕ ਹੋ ਜਾਂਦਾ। ਬਰੀਕ ਬਰੀਕ ਬਿਲਕੁਲ ਬਾਲਾਂ ਵਰਗੀਆਂ ਬਰੀਕ ਕੋਸ਼ਿਕਾਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਖੂਨ ਕੀ ਹੈ ਵਹਿੰਦਾ ਗਾ ਤੇ ਹਰੇਕ ਸੈੱਲ ਤੱਕ ਆਪਣੀ ਬੋਡੀ ਦੀ ਹਰੇਕ ਸੈੱਲ ਤੱਕ ਪਹੁੰਚਦਾ। ਠੀਕ ਹੈ। ਲਹੂ ਦੀਆਂ ਵਹਿਣੀਆਂ ਦੀ ਦੀਵਾਰ ਦੀ ਮੋਟਾਈ ਇੱਕ ਸੈੱਲ ਦੀ ਹੁੰਦੀ ਹੈ ਅਤੇ ਇਹਨਾਂ ਨੂੰ ਆਪਾਂ ਕੋਸ਼ਿਕਾ ਦੀ ਪਤਲੀ ਦੀਵਾਰ ਰਾਹੀਂ ਹੁੰਦੀ ਹੈ। ਜਿਹੜੇ ਕੋਸ਼ਿਕਾਵਾਂ ਨੇ ਆਪਸ 'ਚ ਮਿਲ ਕੇ ਕੀ ਬਣਾਉਂਦੀਆਂ ਨੇ ਸ਼ਿਰਾਵਾਂ। ਠੀਕ ਹੈ। ਜੋ ਲਹੂ ਨੂੰ ਅੰਗਾਂ ਜਾਂ ਟਿਸ਼ੂਆਂ ਤੱਕ ਤੋਂ ਪਰੇ ਲੈ ਜਾਂਦੀਆਂ ਨੇ। ਸ਼ਿਰਾਵਾਂ ਕੀ ਕਰਦੀਆਂ ਨੇ ਵਾਪਸ ਦਿਲ ਦੇ ਕੋਲੇ ਲੈ ਕੇ ਜਾਂਦੀਆਂ ਨੇ ਖੂਨ ਨੂੰ। ਠੀਕ ਹੈ। ਇਸ ਤਰ੍ਹਾਂ ਨਾਲ ਦੇਖੋ ਇਹ ਆਪਣੇ ਕੋਲੇ ਆ ਗਈਆਂ ਅਰਟਰੀਜ਼ ਆ ਗਈਆਂ। ਠੀਕ ਹੈ। ਧਮਨੀਆਂ ਇਹ ਕੀ ਕਰਦੀਆਂ ਨੇ ਖੂਨ ਨੂੰ ਹਾਰਟ ਤੋਂ ਬੋਡੀ ਤੱਕ ਲੈ ਕੇ ਆਉਂਦੀਆਂ ਨੇ। ਆ ਵਿਚਾਲੇ ਕੈਪੀਲਰੀਜ਼ ਜਾਨੀ ਕਿ ਕੋਸ਼ਿਕਾਵਾਂ ਬਣੀਆਂ ਹੋਈਆਂ ਨੇ ਜਿਹੜੀਆਂ ਖੂਨ ਨੂੰ ਮਿਕਸ ਹੋਣ ਤੋਂ ਰੋਕਦੀਆਂ ਨੇ। ਆਹ ਆਪਣੇ ਕੋਲੇ ਸ਼ਿਰਾਵਾਂ ਨੇ ਜਿਨ੍ਹਾਂ ਨੂੰ ਆਪਾਂ ਵੀਨਸ ਕਹਿੰਦੇ ਹਾਂ। ਇਹ ਕੀ ਹੈ ਪੂਰੀ ਬੋਡੀ ਤੋਂ ਖੂਨ ਲੈ ਕੇ ਆਉਂਦੀਆਂ ਨੇ ਤੇ ਦਿਲ ਤੱਕ ਪਹੁੰਚਾਉਂਦੀਆਂ ਨੇ। ਠੀਕ ਹੈ। ਇਸ ਤਰ੍ਹਾਂ ਇਹ ਸਰਕਲ ਜਿਹੜਾ ਚੱਲਦਾ ਰਹਿੰਦਾ। ਨੈਕਸਟ ਆ ਗਿਆ ਆਪਣੇ ਕੋਲੇ ਪਲੇਟਲੈਟਸ। ਹੁਣ ਆਪਾਂ ਦੇਖਦੇ ਹਾਂ ਕਿ ਖੂਨ ਦੇ ਵਿੱਚ ਕੀ ਕੀ ਚੀਜ਼ਾਂ ਹੁੰਦੀਆਂ ਨੇ ਤੇ ਉਹਨਾਂ ਦਾ ਕੀ ਕੰਮ ਹੈ। ਨੈਕਸਟ ਆ ਗਿਆ ਪਲੇਟਲੈਟਸ। ਪਲੇਟਲੈਟਸ ਦਾ ਕੀ ਕੰਮ ਹੈ ਕਿ ਜਦੋਂ ਕਈ ਵਾਰੀ ਆਪਾਂ ਨੂੰ ਸੱਟ ਵਗੈਰਾ ਲੱਗ ਜਾਂਦੀ ਹੈ। ਠੀਕ ਹੈ। ਆਪਾਂ ਗਿਰ ਜਾਂਦੇ ਹਾਂ ਸੱਟ ਵਗੈਰਾ ਲੱਗ ਜਾਂਦੀ ਹੈ ਤਾਂ ਖੂਨ ਹੈ ਜਿਹੜਾ ਉਹਦਾ ਵਗਣਾ ਸ਼ੁਰੂ ਹੋ ਜਾਂਦਾ। ਠੀਕ ਹੈ। ਆਪਣੀ ਬੋਡੀ ਕੀ ਕਹਿੰਦੀ ਹੈ ਕਿ ਖੂਨ ਹੈ ਜਿਹੜਾ ਉਹਦਾ ਵਹਾਅ ਘੱਟ ਤੋਂ ਘੱਟ ਹੋਵੇ, ਨੁਕਸਾਨ ਘੱਟ ਤੋਂ ਘੱਟ ਹੋਵੇ। ਠੀਕ ਹੈ। ਵਗਣ ਦੇ ਦਰ ਦੇ ਵਿੱਚ ਜਿਹੜਾ ਲਹੂ ਉਹਦੇ ਵਿੱਚ ਕਮੀ ਆ ਜੇ ਤਾਂ ਇਹਦੇ ਵਿੱਚ ਕਮੀ ਆ ਜੇ। ਜੇਕਰ ਖੂਨ ਲਗਾਤਾਰ ਵਗਦਾ ਰਿਹਾ ਤਾਂ ਖੂਨ ਦੀ ਕਮੀ ਹੋ ਜੂਗੀ। ਠੀਕ ਹੈ। ਤਾਂ ਆਪਣੀ ਜਿਹੜੀ ਸਾਰੀ ਕਾਰਜ ਪ੍ਰਣਾਲੀ ਆ ਦਿਲ ਦੀ ਉਹ ਕੀ ਹੈ ਘੱਟ ਜੂਗੀ। ਇਸ ਲਈ ਇਸ ਤੋਂ ਬਚਣ ਦੇ ਲਈ ਖੂਨ ਦੇ ਵਿੱਚ ਕੀ ਪਾਏ ਜਾਂਦੇ ਨੇ ਪਲੇਟਲੈਟਸ ਪਾਏ ਜਾਂਦੇ ਨੇ। ਪਲੇਟਲੈਟਸ ਨੇ ਜਿਹੜੇ ਸਾਰੇ ਸਰੀਰ ਦੇ ਵਿੱਚ ਘੁੰਮਦੇ ਰਹਿੰਦੇ ਨੇ। ਇਹਨਾਂ ਦਾ ਕੰਮ ਕੀ ਹੁੰਦਾ ਕਿ ਅਗਰ ਕਿਸੇ ਵੀ ਬੋਡੀ ਪਾਰਟ 'ਤੇ ਸੱਟ ਲੱਗਦੀ ਹੈ ਤਾਂ ਉਸ ਜਗ੍ਹਾ 'ਤੇ ਇਹ ਖੂਨ ਨੂੰ ਕੀ ਜਮਾ ਦਿੰਦੇ ਆ। ਜਦੋਂ ਖੂਨ ਜੰਮ ਜਾਂਦਾ ਤਾਂ ਖੂਨ ਦਾ ਜਿਹੜਾ ਵਹਾਅ ਬੰਦ ਹੋ ਜਾਂਦਾ। ਇਸ ਕਰਕੇ ਖੂਨ ਦਾ ਲੋਸ ਆ ਜਿਹੜਾ ਉਹ ਨਹੀਂ ਹੁੰਦਾ। ਠੀਕ ਹੈ। ਪਲੇਟਲੈਟਸ ਕੀ ਕੰਮ ਕਰਦੇ ਆ ਖੂਨ ਦੇ ਵਹਾਅ ਨੂੰ ਰੋਕਣ ਦਾ ਕੰਮ ਕਰਦੇ ਆ। ਠੀਕ ਹੈ ਜੀ। ਨੈਕਸਟ ਆ ਗਿਆ ਆਪਣੇ ਕੋਲ ਲਸਿਕਾ। ਲਸਿਕਾ ਵੀ ਖੂਨ ਦੇ ਵਿੱਚ ਪਾਇਆ ਜਾਂਦਾ। ਇਹਦਾ ਕੀ ਕੰਮ ਹੈ ਦੇਖੋ ਇਹ ਵੀ ਕਹਿੰਦੇ ਇੱਕ ਹੋਰ ਪ੍ਰਕਾਰ ਦਾ ਦਰਵ ਹੈ ਜੋ ਕਿ ਪਰਿਵਰਤਨ ਦੇ ਵਿੱਚ ਸਹਾਇਤਾ ਕਰਦਾ। ਠੀਕ ਹੈ। ਖੂਨ ਦੇ ਪਰਿਵਰਤਨ ਦੇ ਵਿੱਚ ਸਹਾਇਤਾ ਕਰਦਾ। ਇਸ ਨੂੰ ਕੀ ਕਹਿੰਦੇ ਆਪਾਂ ਲਸਿਕਾ ਕਹਿੰਦੇ ਹਾਂ। ਠੀਕ ਹੈ। ਕੇਸ਼ਕਾਵਾਂ ਦੀਆਂ ਦੀਵਾਰਾਂ ਉੱਪਰ ਸਥਿਤ ਬਰੀਕ ਛੇਕਾਂ ਵਿੱਚੋਂ ਕੁਝ ਪਲਾਜ਼ਮਾ ਪ੍ਰੋਟੀਨ ਲਹੂ ਸੈੱਲ ਬਾਹਰ ਨਿਕਲ ਕੇ ਟਿਸ਼ੂਆਂ ਸੈੱਲਾਂ ਵਿੱਚ ਖਾਲੀ ਥਾਂ ਵਿੱਚ ਤਲ ਜਾਂ ਲਸਿਕਾ ਬਣਾਉਂਦੇ ਹਨ। ਜਿਹੜੀ ਖਾਲੀ ਜਗ੍ਹਾ ਪਈ ਹੁੰਦੀ ਹੈ ਉੱਥੇ ਜਾ ਕੇ ਕੀ ਇਹ ਜਮ੍ਹਾਂ ਹੋ ਜਾਂਦੇ ਨੇ ਲਸਿਕਾ ਦੀ ਫਾਰਮ ਦੇ ਵਿੱਚ। ਠੀਕ ਹੈ। ਇਹ ਲਹੂ ਦੇ ਪਲਾਜ਼ਮਾ ਵਰਗੀ ਹੀ ਹੈ ਪਰ ਇਹ ਰੰਗਹੀਨ ਹੁੰਦੀ ਹੈ ਅਤੇ ਇਸ ਅੰਦਰ ਘੱਟ ਮਾਤਰਾ ਵਿੱਚ ਪ੍ਰੋਟੀਨ ਹੁੰਦੇ ਹਨ। ਠੀਕ ਹੈ। ਇਹ ਕਿਹਦੇ ਵਰਗੀ ਹੁੰਦੀ ਹੈ ਪਲਾਜ਼ਮਾ ਦੇ ਵਰਗੀ ਹੁੰਦੀ ਹੈ। ਪਲਾਜ਼ਮਾ ਵੀ ਇੱਕ ਲਿਕੁਇਡ ਪਦਾਰਥ ਆ ਜਿਹੜਾ ਖੂਨ ਦੇ ਵਿੱਚ ਪਾਇਆ ਜਾਂਦਾ। ਸੈੱਲਾਂ ਦੇ ਵਿਚਕਾਰਲੀ ਥਾਂ ਤੋਂ ਇਹ ਲਸਿਕਾ ਕੇਸ਼ਕਾਵਾਂ ਵਿੱਚ ਚਲਿਆ ਜਾਂਦਾ ਹੈ ਜੋ ਆਪਸ ਵਿੱਚ ਮਿਲ ਕੇ ਵੱਡੀ ਲਸਿਕਾ ਵਹਿਣੀ ਬਣਾਉਂਦੀਆਂ ਹਨ ਅਤੇ ਅੰਤ ਵਿੱਚ ਮਹਾਸ਼ਿਰਾ ਵਿੱਚ ਖੁੱਲ੍ਹਦੀ ਹੈ। ਮਹਾਸ਼ਿਰਾ ਆਪਾਂ ਉੱਪਰ ਦੇਖੀ ਸੀ ਨਾ ਮਹਾਧਮਨੀ ਤੇ ਮਹਾਸ਼ਿਰਾ। ਮਹਾਸ਼ਿਰਾ ਕੀ ਕਰਦੀ ਸੀ ਸਾਰੇ ਸਰੀਰ ਤੋਂ ਖੂਨ ਇਕੱਠਾ ਕਰਕੇ ਦਿਲ ਤੱਕ ਜਿਹੜੀਆਂ ਛੋਟੀ ਛੋਟੀਆਂ ਸ਼ਿਰਾਵਾਂ ਲੈ ਕੇ ਜਾਣਗੀਆਂ। ਫਿਰ ਉਹ ਮਹਾਸ਼ਿਰਾ ਕੋਲੇ ਚਲਾ ਜਾਊਗਾ ਨਾਲ ਹੀ ਲਸਿਕਾ ਵੀ ਉਹਦੇ ਵਿੱਚ ਹੀ ਮਿਲ ਜੂਗੀ। ਫਿਰ ਉਹ ਕੀ ਚਲਾ ਜਾਊਗਾ ਫੇਫੜਿਆਂ ਦੇ ਕੋਲ ਚਲਾ ਜਾਊਗਾ। ਠੀਕ ਹੈ। ਦੇਖੋ ਪਚਿਆ ਹੋਇਆ ਅਤੇ ਛੋਟੀ ਆਂਦਰ ਦੁਆਰਾ ਜਜ਼ਬ ਕੀਤਾ ਫੈਟ ਦਾ ਵਹਿਣ ਲਸਿਕਾ ਦੁਆਰਾ ਹੁੰਦਾ ਹੈ ਅਤੇ ਇਹ ਸੈੱਲ ਵਿਚਕਾਰਲੀ ਥਾਂ ਵਿਚਲਾ ਵਾਧੂ ਤਰਲ ਮੁੜ ਲਹੂ ਵਿੱਚ ਲੈ ਜਾਂਦਾ ਹੈ ਕਿ ਜਿਹੜੇ ਵੀ ਫਾਲਤੂ ਪਦਾਰਥ ਆਪਣੇ ਸਰੀਰ ਦੇ ਵਿੱਚ ਬਚੇ ਹੈ ਉਹ ਵੀ ਖੂਨ ਦੇ ਨਾਲ ਕੀ ਚਲੇ ਜਾਣਗੇ ਫੇਫੜਿਆਂ ਦੇ ਕੋਲ ਚਲੇ ਜਾਣਗੇ ਫਿਲਟਰ ਹੋਣ ਦੇ ਵਾਸਤੇ। ਠੀਕ ਹੈ। ਇਹ ਆਪਣਾ ਪੂਰਾ ਹਿਊਮਨ ਬੋਡੀ ਬਾਰੇ ਸੀਗਾ ਕਿ ਕਿਸ ਤਰ੍ਹਾਂ ਜਿਹੜਾ ਸਾਹ ਕਿਰਿਆ ਹੁੰਦੀ ਹੈ, ਕਿਸ ਤਰ੍ਹਾਂ ਲਹੂ ਚੱਕਰ ਹੁੰਦਾ ਆਪਣੀ ਬੋਡੀ ਦੇ ਵਿੱਚ। ਇਹ ਕੀ ਹੈ ਥਰਡ ਪਾਰਟ ਸੀ ਆਪਣਾ। ਇੱਕ ਫੋਰਥ ਪਾਰਟ ਵੀ ਇਸ ਵੀਡੀਓ ਦਾ ਆਊਗਾ
ठीक है। फिर ਆਪਾਂ 5th ਪਾਰਟ ਦੇ ਵਿੱਚ ਸੋਚਾਂਗੇ ਕਿ ਆਪਾਂ MCQ ਨਾਲ ਕਰਨੇ ਆ ਜਾਂ ਬਾਅਦ ਦੇ ਵਿੱਚ ਕਰਨੇ ਆ, ਠੀਕ ਹੈ। ਅਗਰ ਕੋਈ ਵੀ ਟੌਪਿਕ ਤੁਹਾਨੂੰ ਸਮਝ ਨਹੀਂ ਆਇਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣਾ ਜਿਹੜਾ ਡਾਊਟ ਆ ਸ਼ੇਅਰ ਕਰ ਸਕਦੇ ਹੋ। ਇਸੇ ਵੀਡੀਓ ਦੇ ਲਿੰਕ ਤੁਹਾਨੂੰ ਕਿ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਚੈਨਲ ਦਾ ਲਿੰਕ ਦਿੱਤਾ ਹੋਇਆ, ਜਿਸ ਨੂੰ ਜੁਆਇਨ ਕਰਕੇ ਤੁਸੀਂ ਇਸੇ ਵੀਡੀਓ ਦੀ PDF ਲੈ ਸਕਦੇ ਹੋ। ਹੋਰ ਵੀ MCQ ਉਸ ਚੈਨਲ ਦੇ ਵਿੱਚ ਪਾਏ ਜਾਂਦੇ ਆ, ਠੀਕ ਹੈ, ਉਹਨਾਂ ਨੂੰ ਵੀ ਤੁਸੀਂ ਟਰਾਈ ਕਰ ਸਕਦੇ ਹੋ। ਅਗਰ ਵੀਡੀਓ ਅੱਛੀਆਂ ਲੱਗੀਆਂ ਨੇ ਤਾਂ ਵੀਡੀਓਜ਼ ਨੂੰ ਲਾਈਕ ਕਰੋ, ਸ਼ੇਅਰ ਕਰੋ ਐਂਡ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕੰਟੈਂਟ ਆ ਜਿਹੜਾ ਕਿਸ ਤਰ੍ਹਾਂ ਦਾ ਲੱਗਿਆ। ਥੈਂਕ ਯੂ।